ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧਾਨ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ, ਧੰਨ ਧੰਨ ਸਾਹਿਬ ਸਤਿਗੁਰੂ। ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨੌਵੇਂ ਗੁਰਦੇਵ ਪਰਉਪਕਾਰੀ ਧਰਮ ਰੱਖਿਅਕ ਤਿਲਕ ਜੰਗੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੇਂ ਵਿਖੇ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਦਰਬਾਰਾਂ ਦੇ ਅੰਦਰ ਕੱਤਕ ਮਹੀਨੇ ਦੇ ਸੰਗਰਾਂਦ ਦੇ ਦਿਹਾੜੇ, ਅਸੂ ਮਹੀਨੇ ਦੀ ਪੂਰਨਮਾਸੀ ਨੂੰ ਅੰਮ੍ਰਿਤ ਵੇਲੇ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗ ਹਨ ਆਪ ਸਮੂਹ ਮਾਈ ਭਾਈ ਗੁਰੂ ਸਿੱਖ ਸੰਗਤਾਂ ਦੇ, ਜੋ ਨੇਮ ਤੇ ਪ੍ਰੇਮ ਦੇ ਨਾਲ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਹਾਜ਼ਰ ਹੋਏ ਹੋ। ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ। ਮਹੀਨੇ ਦੀ ਤਬਦੀਲੀ ਹੋਈ ਹੈ। ਜਿੱਥੇ ਸੂਰਜੀ ਕੈਲੰਡਰ ਦੇ ਹਿਸਾਬ ਦੇ ਨਾਲ ਨਵਾਂ ਮਹੀਨਾ ਆਰੰਭ ਹੋਇਆ ਹੈ ਤੇ ਚੰਦਰਮਾ ਦੇ ਕੈਲੰਡਰ ਦੇ ਹਿਸਾਬ ਦੇ ਨਾਲ ਮਹੀਨੇ ਦਾ ਆਖਰੀ ਦਿਨ ਹੈ। ਪੁੰਨਿਆ ਪੂਰਨਮਾ ਸ਼ਬਦ ਤੋਂ ਬਣਿਆ ਹੈ। ਪੁੰਨਿਆ ਪੂਰਨਮਾ, ਅਮਾਵਸ ਆ ਤੋਂ ਭਾਵ ਹੈ ਜਿੱਥੇ ਮਹੀਨਾ ਨਹੀਂ ਹੋਇਆ, ਭਾਵ ਅੱਧਾ ਮਹੀਨਾ ਚੰਦਰਮਾ ਦੇ ਕੈਲੰਡਰ ਦਾ, ਅਤੇ ਪੂਰਨਮਾ ਦਾ ਭਾਵ ਪੂਰਨ ਪੂਰਾਵਾਂ ਮਹੀਨਾ। ਇਸੇ ਕਰਕੇ ਆਪਾਂ ਅਸੂ ਮਹੀਨੇ ਦੀ ਪੁੰਨਿਆ ਕਹੀ ਹੈ, ਕਿਉਂਕਿ ਜਿਹੜੇ ਮਹੀਨੇ 'ਚ ਜੋ ਮੱਸਿਆ ਆਵੇ, ਭਾਵੇਂ ਮਹੀਨਾ ਬਦਲ ਜਾਵੇ, ਪੁੰਨਿਆ ਫਿਰ ਉਸੇ ਮਹੀਨੇ ਦੀ ਆਉਂਦੀ ਹੈ। ਇਹ ਚੰਦਰਮਾ ਦੇ ਨਾਲ ਸੰਬੰਧਿਤ ਕੈਲੰਡਰ ਹੈ, ਤੇ ਜਿਹੜਾ ਚੰਦਰਮਾ ਦੇ ਨਾਲ ਸੰਬੰਧਿਤ ਕੈਲੰਡਰ ਹੈ, ਜਿੰਨੇ ਵੀ ਸਤਿਗੁਰਾਂ ਦੇ ਦਿਹਾੜੇ ਮਨਾਏ ਜਾਂਦੇ ਹਨ, ਉਹ ਸਾਰੇ ਚੰਦਰਮਾਈ ਮਹੀਨੇ ਦੇ ਹਿਸਾਬ ਦੇ ਨਾਲ ਮਨਾਏ ਜਾਂਦੇ ਨੇ। ਤੇ ਜੋ 12 ਮਹੀਨੇ ਸੂਰਜੀ ਕੈਲੰਡਰ ਦੇ ਪ੍ਰਚਲਿਤ ਹਨ, ਇਹ ਸੰਗਰਾਂਦ, ਸੰਕ੍ਰਾਂਤੀ, ਸੰਗ ਭਲੀ ਪ੍ਰਕਾਰ ਕ੍ਰਾਂਤੀ ਆਉਣੀ, ਮੌਸਮ ਦੇ ਵਿੱਚ ਮਹੀਨੇ 'ਚ ਤਬਦੀਲੀ ਆਉਣੀ, ਉਹਨੂੰ ਸੰਗਰਾਂਦ ਕਹਿੰਦੇ ਨੇ। ਸਰਦ ਰੁੱਤ ਦੇ 2 ਮਹੀਨਿਆਂ 'ਚੋਂ ਕੱਤਕ ਦਾ ਮਹੀਨਾ ਦੂਸਰਾ ਮਹੀਨਾ ਹੈ। 6 ਰੁੱਤਾਂ ਨੇ, ਉਹਨਾਂ ਦੇ ਵਿੱਚੋਂ ਜੋ ਸਰਦ ਰੁੱਤ ਹੈ ਅਸੂ ਅਤੇ ਕੱਤਕ, ਇਹ ਸਰਦ ਰੁੱਤ ਦੇ ਦੋਵੇਂ ਮਹੀਨੇ ਹਨ। ਫਰਕ ਕੀ ਹੈ ਵੀ ਪੁੰਨਿਆ ਤੇ ਸੰਗਰਾਂਦ ਤੇ ਗੁਰਸਿੱਖ ਮਹਾਰਾਜ ਦੇ ਦਰਬਾਰ ਵਿੱਚ ਕਿਉਂ ਜੁੜਦੇ ਹਨ? ਗੁਰਸਿੱਖ ਕਈ ਵਾਰ ਕਈਆਂ ਪ੍ਰਚਾਰਕਾਂ ਦੇ ਵਚਨ ਸੁਣ ਕੇ ਸਵਾਲ ਕਰਦੇ ਹੈ, ਮੱਸਿਆ ਨਾਲ ਸੰਗਰਾਂਦ ਨਾਲ ਕੀ ਸੰਬੰਧ? ਸਾਧ ਸੰਗਤ, ਜਿੰਨਾ ਚਿਰ ਸਾਡੇ ਸਾਹ ਚੱਲਦੇ ਹਨ ਉਹਨਾਂ ਚਿਰ ਸਾਡਾ ਸੰਬੰਧ ਤੇ ਸੰਸਾਰ ਦੇ ਵਿੱਚ ਬਣਿਆ ਹੀ ਹੈ।
ਪਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਲ ਸੰਬੰਧ ਬਣਾਉਣਾ ਇਹ ਗੁਰਮਤ ਗਾਡੀ ਰਾਹ ਹੈ। ਕਈ ਵਾਰ ਆਪਾਂ ਇਹ ਵਿਚਾਰਿਆ ਇਹ ਵੀ ਪੰਜ ਈਸ਼ਰ ਮੰਨੇ ਹਨ, ਗਣੇਸ਼, ਸੂਰਜ, ਇਸੇ ਤਰ੍ਹਾਂ ਵਿਸ਼ਨੂੰ, ਸ਼ਕਤੀ ਇਤਿਆਦਿਕ, ਤੇ ਇਹਨਾਂ ਵਿੱਚੋਂ ਸੂਰਜ ਦੀ ਪੂਜਾ ਕਰਨੀ ਵੀ ਈਸ਼ਰ ਦੀ ਪੂਜਾ ਮੰਨਦੇ ਸਨ। ਤਾਂ ਸਤਿਗੁਰਾਂ ਨੇ ਸਾਨੂੰ ਸੰਗਰਾਂਦ ਵਾਲੇ ਦਿਨ ਪਰਮੇਸ਼ਰ ਦੀ ਪੂਜਾ ਕਰਨ ਦੇ ਵਾਸਤੇ ਗੁਰਮਤਿ ਉਪਦੇਸ਼ ਬਖਸ਼ਿਸ਼ ਕੀਤਾ ਕਿ ਸੂਰਜ ਦੀ, ਵਿਸ਼ਨੂੰ ਦੀ, ਗਣੇਸ਼ ਦੀ, ਇਸੇ ਤਰ੍ਹਾਂ ਸ਼ਕਤੀ ਦੀ, ਇਹਨਾਂ ਦੀ ਤਾਂ ਕਹਿੰਦੇ ਪੂਜਾ ਲੋਕ ਕਰਦੇ ਆ ਰਹੇ ਹਨ, ਪਰ ਇਹਨਾਂ ਨੂੰ ਪੈਦਾ ਕਰਨ ਵਾਲੇ ਦੀ ਪੂਜਾ ਕਰਨੀ ਇਹ ਗੁਰਸਿੱਖ ਦਾ ਸੰਗਰਾਮ ਦੇ ਨਾਲ ਸੰਬੰਧ ਹੈ। ਦਸਵੇਂ ਪਾਤਸ਼ਾਹ ਕਹਿੰਦੇ ਨਮੋ ਸੂਰਜ ਸੂਰਜੇ, ਜੋ ਸਭ ਸੂਰਜਾਂ ਨੂੰ ਵੀ ਸਭ ਜੀਵਾਂ ਨੂੰ ਵੀ ਪ੍ਰਕਾਸ਼ਣ ਵਾਲਾ, ਸੂਰਜਾਂ ਦਾ ਵੀ ਸੂਰਜ ਹੈ ਜੋ ਖਟ ਜੋਤੀ ਪ੍ਰਕਾਸ਼ਕ ਹੈ, ਉਹਨੂੰ ਨਮਸਕਾਰ ਹੈ ਭਾਈ। ਜਿਹਦਾ ਭਾਵੇ ਹੈ ਵੀ ਅਕਾਲ ਪੁਰਖ ਵਾਹਿਗੁਰੂ ਦਾ ਪੂਜਨ ਕਰਨਾ ਹੈ। ਪੂਜਾ ਕੀਚੈ ਨਾਮ ਧਿਆਈ ਹੈ, ਨਾਮ ਜਪਣਾ ਪਰਮੇਸ਼ਰ ਦਾ ਇਹ ਪੂਜਾ ਹੈ। ਇਹ ਸੰਬੰਧ ਸਾਡਾ ਪੁੰਨਿਆਂ ਨਾਲ ਵੀ ਹੈ, ਇਹ ਸੰਬੰਧ ਸਾਡਾ ਸੰਗਰਾਂਦ ਨਾਲ ਵੀ ਹੈ ਵੀ ਸਿੱਖ ਨੇ ਪੁੰਨਿਆ ਆਵੇ, ਸੰਗਰਾਂਦ ਆਵੇ, ਮੱਸਿਆ ਆਵੇ, 14 ਆਵੇ, 10ਵੀਂ ਆਵੇ, ਅਸ਼ਟਮੀ ਆਵੇ, ਕੋਈ ਵੀ ਥਿਤ ਆਵੇ ਤੇ ਸੰਗਤ ਵਿੱਚ ਮਿਲ ਕੇ ਜਪਣਾ ਹੈ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਕਰਨੀ, ਮਹਾਰਾਜ ਦਾ ਬਚਨ ਸੁਣਨਾ, ਮੰਨਣਾ, ਕਮਾਉਣਾ, ਇਹਦੇ ਨਾਲ ਸਾਡੇ ਸਭ ਦਿਹਾੜੇ ਸਫਲੇ ਨੇ। ਜਦੋਂ ਕੋਈ ਗੁਰਪੁਰਬ ਮਨਾਉਂਦੇ ਆਪਾਂ ਤਾਂ ਉੱਥੇ ਵਿਦਵਾਨ ਆ ਕੇ ਕਹਿੰਦੇ ਨੇ ਨਾ, ਜਿਨ ਕਾ ਦਿਨ ਮਨਾਤੇ ਹੋ ਤਿਨ ਕੀ ਬਾਤ ਵੀ ਮਾਨੋ। ਜਿਨ੍ਹਾਂ ਦੇ ਦਿਨ ਮਨਾਉਂਦੇ ਉਹਨਾਂ ਦਾ ਬਚਨ ਮੰਨਣਾ, ਨਹੀਂ ਤੇ ਕਹਿੰਦੇ ਗੁਰਪੁਰਬ ਮਨਾਉਣ ਦਾ ਕੋਈ ਫਾਇਦਾ ਨਹੀਂ। ਇਹ ਗੱਲਾਂ ਵਿਦਵਾਨ ਕਹਿ ਜਾਂਦੇ ਨੇ। ਭਾਵ ਉੱਥੇ ਵੀ ਇਹ ਹੋਇਆ ਵੀ ਦਿਹਾੜਾ ਕੋਈ ਵੀ ਮਨਾਉਂਦੇ ਆ ਸਫਲਾ ਉਦੋਂ ਹੈ ਜਦੋਂ ਬਾਣੀ, ਗੁਰ ਇਤਿਹਾਸ, ਸੇਵਾ, ਸਿਮਰਨ ਦੇ ਨਾਲ ਅਸੀਂ ਆਪਾਂ ਜੁੜਦੇ ਹਾਂ। ਇਸ ਕਰਕੇ ਭਾਈ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਨਾ ਹੈ, ਸਤਿਗੁਰਾਂ ਦੇ ਇਤਿਹਾਸ ਨੂੰ ਸਰਵਣ ਕਰਕੇ ਮਹਾਰਾਜ ਦੇ ਗੁਣ ਜਾਣਨੇ, ਗੁਰਾਂ ਦੇ ਕੌਤਕ ਜਾਣਨੇ ਹਨ। ਇਹੀ ਸਿੱਖ ਦਾ ਜੀਵਨ ਹੈ। ਦਿਨ ਕੋਈ ਵੀ ਆਵੇ ਉਹ ਫਿਰ ਸਫਲਾ ਹੋ ਜਾਵੇਗਾ। ਆਓ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਦੇ ਪਾਤਸ਼ਾਹ ਨੇ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਪਾਵਨ ਬਾਣੀ 12ਵਾਂ ਤੁਖਾਰੀ ਰਾਗ ਦੇ ਉਚਾਰਨ ਕੀਤੇ, ਜਿਹਦੇ ਬਾਰੇ ਵਿਦਵਾਨਾਂ ਦਾ ਇਹ ਮੰਨਣਾ ਹੈ, ਜਨਮ ਸਾਖੀਆਂ ਦੇ ਵਿੱਚ ਲਿਖਿਆ ਇਹ ਵੀ ਇਹ ਸਤਿਗੁਰਾਂ ਦੇ ਅੰਤਮ ਸਮੇਂ ਦੀ ਉਚਾਰਨ ਕੀਤੀ ਹੋਈ ਤੁਖਾਰੀ 12ਵਾਂ ਦੀ ਬਾਣੀ, ਉਹਦੀ ਵਿਆਖਿਆ ਟੀਕਾ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਬਾਬਾ ਬੁੱਢਾ ਸਾਹਿਬ ਗੁਰਸਿੱਖਾਂ ਦੇ ਬੇਨਤੀ ਕਰਨ ਤੇ ਉਹ ਜੋ ਪੰਜਵੇਂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਖੋਲ੍ਹ ਕੇ ਟੀਕਾ ਕੀਤਾ। ਸਾਨੂੰ ਹਰ ਮਹੀਨੇ ਦਾ ਉਪਦੇਸ਼ ਦਿੱਤਾ ਭਾਈ, ਅੱਜ ਆਹ ਮਹੀਨਾ ਚੜ੍ਹ ਗਿਆ, ਇਹਦੇ ਕੀ ਕਰਨਾ ਹੈ, ਇਹ ਦੂਜਾ ਮਹੀਨਾ ਫੇਰ ਆਇਆ, ਉਦੋਂ ਕੀ ਕਰਨਾ, 12 ਮਹੀਨਿਆਂ ਦਾ ਹੀ ਉਪਦੇਸ਼ ਹੈ। ਆਓ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਨਾਲ ਸੁਰਤੀ ਬਿਰਤੀ ਜੋੜੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਰੀਏ ਧਿਆਨ।
ਰਸਨਾ ਗੁਰੂ ਪਵਿੱਤਰ ਲਵਾਉ ਹਾਜ਼ਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ 135 135 ਅੰਗ ਦੇ ਉੱਤੇ ਮਾਝ ਰਾਗ ਦੇ ਪਾਵਨ ਬਾਣੀ 12 ਮਾਹਾਂ ਦੇ ਵਿੱਚ ਜੋ ਮਾਝੇ ਦਾ ਦੇਸੀ ਰਾਗ ਹੈ, ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਕੱਤਕ ਕਰਮ ਕਮਾਵਣੇ, ਕੱਤਕ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਜੋ ਜੀਵ ਕਰਮਾਂ ਦੇ ਤਾਈਂ ਕਮਾਉਣਾ ਕਰਦਾ ਹੈ, ਕੱਤਕ ਮਹੀਨੇ 'ਚ ਜੋ ਕਰਮ ਕਮਾਉਂਦਾ ਹੈ ਜੀਵ, ਪੰਜਾਂ ਤੱਤਾਂ ਦੀ ਸਤੋ ਅੰਸ਼, ਫਿਰ ਅਵਿਦਿਆ ਦੇ ਚੇਤਨ ਸੱਤਾ, ਇਹਨਾਂ ਤਿੰਨਾਂ ਦੇ ਮੇਲ ਦਾ ਨਾਮ ਜੀਵ ਹੈ। ਇਹਨਾਂ ਤੋਂ ਜੀਵ ਬਣਦਾ ਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਇਹ ਜੀਵ ਕੱਤਕ ਦੇ ਮਹੀਨੇ ਅੰਦਰ ਜਿਹੋ ਜਿਹੇ ਵੀ ਕਰਮਾਂ ਦੇ ਤਾਈਂ ਕਮਾਉਣਾ ਕਰਦਾ ਹੈ, ਜੇ ਕੱਤਕ ਦੇ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਹਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਜਿਸ ਤਰ੍ਹਾਂ ਕੋਈ ਫਸਲ ਬੀਜਦਾ, ਕੋਈ ਵੱਤਰ ਦੇ ਵਿੱਚ ਬੀਜਦਾ, ਕੋਈ ਸੁੱਕੀ ਦੇ ਵਿੱਚ ਹੀ ਜੇ ਖਿਲਾਰ ਦੇਵੇ, ਕਣਕ ਦਾ ਛਿੱਟਾ ਦੇ ਦੇਵੇ, ਜੇ ਕੋਈ ਉਹਦੀ ਪਾਲਣਾ ਕਰੇ ਜਾਂ ਕੋਈ ਪਾਣੀ ਨਾ ਲਾਵੇ, ਦੋਵਾਂ 'ਚ ਫਰਕ ਹੋਵੇਗਾ ਨਾ। ਜੋ ਵੀ ਬੀਜਾਂਗੇ, ਜਿੱਦਾਂ ਦਾ ਬੀਜਾਂਗੇ ਉਹੋ ਜਿਹਾ ਹੀ ਉਹਨਾਂ ਕੀ ਪ੍ਰਾਪਤ ਹੋਵੇਗਾ। ਜਿਵੇਂ ਪੈਲੀ ਦੇ ਵਿੱਚ ਫਸਲ ਬੀਜੀ ਦੀ ਹੈ, ਇਸੇ ਤਰ੍ਹਾਂ ਇਹ ਜੋ ਕੱਤਕ ਮਾਨੋ ਵੀ ਕਰਮਾਂ ਦੇ ਬੀਜਣ ਵਾਸਤੇ ਕੱਤਕ ਦਾ ਮਹੀਨਾ ਹੈ। ਇਹ ਮਨੁੱਖਾ ਜਨਮ ਵੀ ਮਾਨੋ ਵੀ ਕੱਤਕ ਚੰਗੇ ਤੇ ਮੰਦੇ ਕਰਮ ਰੂਪੀ ਜਿਹਦੇ ਜੀਵ ਬੀਜ ਬੀਜ ਰਹੇ ਹਨ। ਹੈ ਤਾਂ ਬੀਜ ਬੀਜਣ ਦਾ ਮਹੀਨਾ। ਮਹਾਰਾਜ ਵੱਲੋਂ ਪ੍ਰੇਰਨਾ ਵੀ ਇਹ ਹੈ ਵੀ ਚੰਗਾ ਹੀ ਬੀਜ ਬੀਜੋ, ਨਾਮ ਦਾ ਹੀ ਬੀਜ ਬੀਜੋ, ਭਲੇ ਦਾ ਹੀ, ਸਤ ਸੰਗਤ ਦਾ, ਸ਼ੁਭ ਗੁਣਾਂ ਦਾ ਬੀਜ ਬੀਜੋ। ਪਰ ਜੀਵ ਇਹਦੇ ਵਿੱਚ ਨਾਮ ਬਾਣੀ ਸੇਵਾ ਸਿਮਰਨ ਦਾ ਬੀਜ ਘੱਟ ਤੇ ਪਾਪ ਪੁੰਨ ਨਿੰਦਿਆ ਚੁਗਲੀ ਈਰਖਾ ਦਵੈਸ਼ ਦਾ ਬੀਜ ਜ਼ਿਆਦਾ ਬੀਜਦਾ। ਜਿਸ ਕਰਕੇ ਸਾਨੂੰ ਮਹਾਰਾਜ ਸੁਚੇਤ ਕਰ ਰਹੇ ਨੇ ਵੀ ਪ੍ਰਤੱਖ ਕੱਤੇ ਦੇ ਮਹੀਨੇ ਵਿੱਚ ਜਿਹੋ ਜਿਹਾ ਮਹਾਰਾਜ ਕਹਿੰਦੇ ਜੀਵ ਕਰਮ ਕਮਾਉਣਾ ਕਰਦਾ ਹੈ, ਉਹ ਕੱਤਕ ਦੇ ਮਹੀਨੇ ਦੇ ਵਿੱਚ ਮਨੁੱਖਾ ਜਨਮ ਰੂਪੀ ਕੱਤਕ ਦੇ ਮਹੀਨੇ 'ਚ ਜਿਹੋ ਜਿਹੇ ਚੰਗੇ ਮੰਦੇ ਕਰਮ ਕਮਾਏ ਹਨ, ਉਹਦੇ ਅਨੁਸਾਰ ਦੁੱਖ ਸੁੱਖ ਰੂਪੀ ਫਲ ਪ੍ਰਾਪਤ ਹੁੰਦਾ ਏ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਦੋਂ ਕਿਤੇ ਦੁੱਖ ਆਵੇ ਤਾਂ ਕਿਸੇ ਨੂੰ ਦੋਸ਼ ਦੇਣਾ ਯੋਗ ਠੀਕ ਨਹੀਂ ਹੈ, ਕਿਉਂਕਿ ਜਿਹੋ ਜਿਹੇ ਕਰਮ ਕਮਾਓਗੇ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ ਹੀ। ਕੱਤਕ ਤੋਂ ਕੱਤਣਾ ਵੀ ਲੈ ਲੈਂਦੇ ਨੇ ਵੀ ਜਿਹੜਾ ਇਹ ਸਰੀਰ ਦੇ ਨਾਲ ਜਿਵੇਂ ਚਰਖੇ ਦੇ ਨਾਲ ਕੱਤੀ ਦਾ ਹੈ ਨਾ ਸੂਤ, ਇਹ ਮੰਨੋ ਵੀ ਇਹ ਸਰੀਰ ਰੂਪੀ ਚਰਖੇ ਦੇ ਨਾਲ ਚੰਗੇ ਤੇ ਮੰਦੇ ਕਰਮਾਂ ਦਾ ਸੂਤ ਕੱਤਿਆ ਜਾ ਰਿਹਾ। ਤੇ ਜੇ ਸੂਤ ਕੱਤ ਕੇ ਉਹਦਾ ਬਸਤਰ ਉਹੋ ਜਿਹਾ ਬਣਦਾ ਹੈ ਜਿਹੋ ਜਿਹਾ ਸੂਤ ਕੱਤਿਆ ਹੋਵੇ। ਇਸੇ ਤਰ੍ਹਾਂ ਜਿਹੋ ਜਿਹੇ ਕਰਮ ਕਮਾਉਣ ਰੂਪੀ ਸੂਤ ਕੱਤਿਆ ਏ, ਉਹੋ ਜਿਹਾ ਫਲ ਰੂਪੀ ਅੱਗੇ ਫਿਰ ਕੱਪੜਾ ਬਣੇਗਾ। ਸੁਖ ਪ੍ਰਾਪਤ ਹੋਵੇਗਾ, ਦੁੱਖ ਪ੍ਰਾਪਤ ਹੋਵੇਗਾ। ਜ਼ਿਆਦੇ ਕੰਮ ਤਾਂ ਸਾਡੇ ਦੁੱਖ ਪ੍ਰਾਪਤ ਕਰਨ ਵਾਲੇ ਹਨ, ਪਰ ਜਦੋਂ ਦੁੱਖ ਆਉਂਦਾ ਹੈ ਅਸੀਂ ਇਹ ਥੋੜ੍ਹਾ ਕਹਿੰਦੇ ਹਾਂ ਵੀ ਮੈਂ ਇੱਦਾਂ ਕੀਤਾ ਸੀ ਤਾਂ ਦੁਖੀ ਹਾਂ। ਕਹਿੰਦੇ ਫਲਾਣੇ ਦੇ ਕਰਕੇ ਮੈਂ ਆਹ ਕੰਮ ਕੀਤਾ, ਇਸ ਕਰਕੇ ਮੈਂ ਦੁਖੀ ਹੋ ਗਿਆ। ਫਲਾਣੇ ਦੇ ਮੈਂ ਆਖੇ ਲੱਗਾ, ਇਸ ਕਰਕੇ ਮੈਂ ਦੁਖੀ ਹਾਂ। ਇਹ ਦੁੱਖ ਮੈਨੂੰ ਫਲਾਣੇ ਨੇ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਗੱਲ ਯੋਗ ਨਹੀਂ ਹੈ। ਦੱਦਾ
ਦੋਸ ਨਾ ਦੇਵ ਕਿਸੈ ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਜੇ ਦੁੱਖ ਆਉਂਦਾ ਹੈ ਤੇ ਕਦੀ ਵੀ ਦੂਜੇ ਨੂੰ ਕਹਿੰਦੇ ਦੋਸ਼ ਨਾ ਦਿਓ ਵੀ ਇਹਦੇ ਕਰਕੇ ਦੁੱਖ ਆਇਆ। ਦੁੱਖ ਹਮੇਸ਼ਾ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਹੀ ਹੈ। ਹੁਣ ਕੱਤੇ ਦੇ ਮਹੀਨੇ ਜਿਹੋ ਜਿਹਾ ਮਹਾਰਾਜ ਕਹਿੰਦੇ ਕੰਮ ਕਰੋਗੇ ਫਿਰ ਫਲ ਉਹੋ ਜਿਹਾ ਮਿਲੂਗਾ। ਬਾਅਦ 'ਚ ਨਾ ਕਿਸੇ ਨੂੰ ਦੋਸ਼ ਦਿਓ। ਜੇ ਧ੍ਰਿਤਰਾਸ਼ਟਰ ਕਹਿੰਦਾ ਕ੍ਰਿਸ਼ਨ ਜੀ ਨੂੰ, ਕਹਿੰਦਾ ਭਗਵਾਨ ਜੀ ਮੇਰੀ ਸਾਧਨਾ ਹੋਣ ਕਰਕੇ ਮੈਨੂੰ 100 ਜਨਮ ਦਾ ਗਿਆਨ ਹੈ ਪਿਛਲੇ ਦਾ, ਤੇ 100 ਜਨਮ ਦੇ 'ਚ ਮੈਂ ਇੱਕ ਵੀ ਪਾਪ ਨਹੀਂ ਕੀਤਾ, ਫਿਰ ਮੈਂ ਅੰਨਾ ਕਿਉਂ ਆ? ਜਦੋਂ ਕਹਿੰਦੇ ਆ ਵੀ ਸਭ ਕੋਈ ਕਰਮਾਂ ਮੁਤਾਬਕ ਮਿਲਦਾ, ਤੇ 100 ਪੁੱਤਰ ਮਰ ਗਿਆ ਸੀ ਇਹਦਾ, ਕੈਰਵਾਂ ਦਾ ਪਤਾਮਾ ਸੀ, ਵੱਡਾ ਸੀ ਧ੍ਰਿਤਰਾਸ਼ਟਰ, ਤੇ ਫਿਰ ਮੇਰਾ 100 ਪੁੱਤ ਕਿਉਂ ਮਰਿਆ ਮੇਰੇ ਜਿਉਂਦਿਆਂ? ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਤੈਨੂੰ 100 ਜਨਮ ਦਾ ਗਿਆਨ ਹੈ, ਪਰ ਸਾਨੂੰ ਤੇਰੇ 107 ਜਨਮਾਂ ਦਾ ਗਿਆਨ ਹੈ ਕਿ ਤੂੰ ਹੋਰ ਪਿੱਛੇ ਚੱਲ। ਤੈਨੂੰ ਦੱਸਦੇ ਆ 107ਵੇਂ ਜਨਮ ਦੀ ਹਾਲਤ, ਉਦੋਂ ਵੀ ਤੂੰ ਰਾਜਾ ਹੀ ਸੀ। ਇੱਕ ਤਾਂ ਕਹਿੰਦੇ ਅੱਖ ਤੇ ਬੈਠੇ ਟਿੱਡੇ ਦੀਆਂ ਅੱਖਾਂ ਦੇ ਵਿੱਚ ਤੀਲੇ ਮਾਰ ਕੇ ਤੂੰ ਉਹਦੀਆਂ ਅੱਖਾਂ ਸੂਲਾਂ ਮਾਰ ਕੇ ਕੱਢ ਦਿੱਤੀਆਂ, ਉਹਨੂੰ ਅੰਨਾ ਕਰ ਦਿੱਤਾ। ਕਹਿੰਦੇ ਉਹਦਾ ਫਲ ਤੈਨੂੰ ਮਿਲਿਆ, ਅੱਖਾਂ ਤੋਂ ਤੂੰ ਅੰਨਾ ਹੈ, ਉਹਦਾ ਫਲ ਤੈਨੂੰ ਅੱਖਾਂ ਦੇ ਅੰਨੇ ਰੂਪ ਦੇ ਪ੍ਰਾਪਤ ਹੋਇਆ। ਦੂਸਰਾ ਕਹਿੰਦੇ ਵੀ ਤੈਨੂੰ ਮਾਸ ਖਾਣ ਦਾ ਬਹੁਤ ਚਸਕਾ ਸੀ, ਤੇ ਜਿਹੜੇ ਤੇਰੇ ਨੌਕਰ ਮਾਸ ਲੈ ਕੇ ਆਉਂਦੇ ਸੀ ਸ਼ਿਕਾਰ ਖੇਡ ਕੇ, ਉਹਨਾਂ ਨੇ ਕੀ ਕੀਤਾ, ਇੱਕ ਦਿਨ ਬਹੁਤਾ ਮੀਂਹ ਪੈਣ ਕਰਕੇ ਬਾਹਰ ਤਾਂ ਨਹੀਂ ਗਏ, ਉੱਥੇ ਰਾਜ ਮਹਲ ਦੇ ਵਿੱਚ ਹੀ ਨੇੜੇ ਹੀ ਹੰਸਾਂ ਦੇ ਬੱਚੇ ਰਹਿੰਦੇ ਸਨ, ਤੇ ਉਹਨਾਂ ਕੀ ਕੀਤਾ ਵੀ ਉੱਥੋਂ ਹੰਸਾਂ ਦੇ ਬੱਚੇ ਫੜ ਕੇ ਮਾਰ ਕੇ ਉਹ ਮਾਸ ਤੈਨੂੰ ਖਵਾਤਾ, ਤੇ ਤੈਨੂੰ ਲੱਗਿਆ ਸਵਾਦ, ਤੂੰ ਆਖਿਆ ਵੀ ਇਹੀ ਬਣਾਉਣਾ ਰੋਜ਼ ਹੁਣ, ਤੇ ਰਾਜਾ ਸੀ। ਉਹਨਾਂ ਇਸੇ ਤਰ੍ਹਾਂ ਕੀਤਾ, ਹੰਸਾਂ ਦੇ ਬੱਚੇ ਮਾਰ ਕੇ ਤੇ ਉਹਦਾ ਮਾਸ ਤੈਨੂੰ ਖਵਾਉਣਾ ਸ਼ੁਰੂ ਕਰਤਾ। 100 ਬੱਚਾ ਕਹਿੰਦੇ ਵੀ ਤੂੰ ਉਹਨਾਂ ਦਾ ਮਾਰ ਕੇ ਖਾ ਗਿਆ। ਹੰਸ ਆਏ, ਹੰਸਾਂ ਦਾ ਜੋੜਾ ਆਇਆ, ਉਹਨਾਂ ਨੇ ਆ ਕੇ ਵੇਖਿਆ ਵੀ ਸਾਡੇ ਬੱਚੇ ਨਹੀਂ, ਬੜਾ ਢੂੰਡਿਆ ਲੱਭਿਆ, ਕਲਪੇ, ਤੇ ਕਹਿਣ ਲੱਗੇ ਜਿਨ੍ਹਾਂ ਨੇ ਸਾਡੇ ਬੱਚੇ ਸਾਥੋਂ ਖੋਏ ਨੇ, ਸਾਨੂੰ ਦੁਖੀ ਕੀਤਾ ਹੈ, ਉਹ ਵੀ ਆਪਣੇ ਬੱਚਿਆਂ ਦੇ ਵਿਛੋੜੇ ਦੇ ਦੁੱਖ ਦੇ ਵਿੱਚ ਸਾਡੇ ਨਾਲੋਂ ਵੀ ਜ਼ਿਆਦਾ ਦੁਖੀ ਹੋਵੇ। ਤੇ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਤੂੰ ਨਾ ਪੁੰਨ ਕਰਮ ਪਹਿਲਾਂ ਬਹੁਤ ਕੀਤੇ ਸਨ, ਪੁੰਨ ਤੇਰੇ ਪ੍ਰਬਲ ਹੋਣ ਕਰਕੇ ਇਹ ਪੁੰਨ ਨਸ਼ਟ ਹੁੰਦਿਆਂ ਕਹਿੰਦੇ 106 ਜਨਮਾਂ ਦਾ ਸਮਾਂ ਲੱਗ ਗਿਆ, ਤੇ ਜਦੋਂ ਤੇਰੇ ਪੁੰਨ ਜਿਹੜੇ ਪਿਛਲੇ ਸੀ ਨਸ਼ਟ ਹੋ ਗਏ। ਇਹਨੂੰ ਇਦਾਂ ਸਮਝ ਲਓ ਵੀ ਜਿਵੇਂ ਬੈਂਕ ਵਿੱਚ ਰੁਪਈਏ ਪਏ ਹੋਣ, ਬੰਦਾ ਕੱਢੀ ਜਾਵੇ ਵਰਤੀ ਜਾਵੇ, ਤੇ ਜਿੱਦਣ ਮੁੱਕ ਜਾਣ ਫੇਰ ਕਿੱਥੋਂ ਕੱਢ ਲੇਗਾ। ਇਸੇ ਤਰ੍ਹਾਂ ਜਿਹੜੇ ਪੁੰਨ ਭਲੇ ਕਰਮ ਸਨ, ਕਹਿੰਦੇ ਵੀ ਤੂੰ ਉਹ ਖਰਚੀ ਗਿਆ, ਅੱਗੇ ਕੋਈ ਪੁੰਨ ਕੀਤਾ ਨਹੀਂ। 106 ਜਨਮਾਂ ਦੇ ਵਿੱਚ ਤੇਰੇ ਪੁੰਨ ਖਤਮ ਹੋ ਗਏ, ਤੇ 107ਵੇਂ ਜਨਮ ਵਿੱਚ ਫਿਰ ਇਹ ਤੇਰੀਆਂ ਅੱਖਾਂ ਵੀ ਅੰਨੀਆਂ ਹੋਈਆਂ, ਅਤੇ ਫਿਰ ਤੇਰੇ 100 ਪੁੱਤਰ ਵੀ ਤੇਰੇ ਜਿਉਂਦਿਆਂ ਮਰੇ। ਕ੍ਰਿਸ਼ਨ ਜੀ ਕਹਿਣ ਲੱਗੇ ਤੂੰ ਕਰਮ ਕੀਤਾ ਹੈ, ਬੰਦੇ ਨੇ ਕੀਤਾ ਹੁੰਦਾ ਏ, ਪਰ ਜਦੋਂ ਦੁੱਖ ਆਉਂਦਾ ਕਹਿੰਦਾ ਮੈਂ ਤਾਂ ਕੀਤਾ ਨਹੀਂ। ਮਹਾਰਾਜ ਜੀ ਕਹਿੰਦੇ ਦੁੱਖ ਸੁਖ ਪੁਰਬ ਜਨਮ ਕੇ ਕੀਏ, ਕਹਿੰਦੇ ਵੀ ਇਹ ਜਿਹੜੇ ਦੁੱਖ ਤੇ ਸੁੱਖ ਨੇ ਇਹ ਪੂਰਵਲੇ ਜਨਮਾਂ ਦੇ ਸਾਡੇ ਹੋਏ ਕੀਤੇ ਹੋਏ ਕਰਮਾਂ ਦੇ ਅਨੁਸਾਰ ਹਨ। ਅਕਾਲ ਪੁਰਖ ਵਾਹਿਗੁਰੂ ਸਾਡੇ ਜਿਹੋ ਜਿਹੇ ਕਰਮ ਨੇ ਉਸੇ ਮੁਤਾਬਕ ਹੀ ਸਾਨੂੰ ਫਲ ਭੁਗਤਾਉਂਦਾ ਏ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕੱਤੇ ਦਾ ਮਹੀਨਾ ਚੜ੍ਹਿਆ ਹੈ, ਜਿਹੋ ਜਿਹੇ ਕਰਮ ਕਮਾਵਾਂਗੇ ਉਹੋ ਜਿਹਾ ਫਲ ਮਿਲੇਗਾ। ਫਿਰ ਬਾਅਦ ਵਿੱਚ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ, ਯੋਗ ਨਹੀਂ ਹੈ। ਬੰਦੇ ਨੂੰ ਆਪਣੇ ਅੰਦਰ ਗਿਆਨ ਹੁੰਦਾ, ਬਾਹਰੋਂ ਭਾਵੇਂ ਕਹਿੰਦਾ ਹੈ ਵੀ ਮੈਂ ਨਹੀਂ ਕੋਈ ਮਾੜਾ ਕੀਤਾ, ਮੈਂ ਨਹੀਂ ਕਿਸੇ ਦੀ ਕੋਈ ਨਿੰਦਾ ਚੁਗਲੀ ਕੀਤੀ, ਈਰਖਾ ਨਹੀਂ ਕੀਤੀ, ਕੋਈ ਪਾਪ ਨਹੀਂ ਕੀਤਾ, ਕੋਈ ਚੋਰੀ ਜਾਰੀ ਠੱਗੀ ਨਹੀਂ ਕੀਤੀ। ਬਾਹਰੋਂ ਨਹੀਂ ਕਹਿੰਦਾ, ਅੰਦਰ ਪਤਾ ਹੁੰਦਾ ਇਹਨੂੰ ਵੀ ਇਹ ਮੈਨੂੰ ਹੁਣ ਜੇ ਮਿਲਿਆ ਹੈ ਨਾ ਫਲ, ਇਹ ਮੈਂ ਕਰਤੂਤ ਕੀਤੀ ਹੋਈ ਹੈ ਕੋਈ,
ਤੇ ਜਿਹੜੀ ਕਰਤੂਤ ਦਾ ਨਹੀਂ ਵੀ ਚੇਤਾ, ਆਪਣੇ ਮਾੜੇ ਕਰਮਾਂ ਦੇ ਹਿਸਾਬ ਦੇ ਨਾਲ ਅੰਦਾਜ਼ਾ ਹੋ ਜਾਂਦਾ ਹੈ ਵੀ ਇਹ ਮੈਂ ਪਹਿਲਾਂ ਕੋਈ ਨਾ ਕੋਈ ਇਹ ਕੀਤਾ ਹੀ ਹੈ, ਉਹਦਾ ਹੀ ਫਲ ਹੈ। ਪਰ ਦੂਜੇ ਨੂੰ ਦੋਸ਼ ਦੇਣਾ ਇਹਦਾ ਸੁਭਾਅ ਹੈ, ਦੂਜੇ ਤੇ ਤੁਹਮਤਾਂ ਲਾਉਣੀਆਂ ਵੀ ਇਹਦੇ ਕਰਕੇ ਦੁਖੀ ਹੋਇਆ। ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਕੱਤਕ ਦੇ ਮਹੀਨੇ ਦਾ ਇਹ ਉਪਦੇਸ਼ ਹੈ, ਕੀਤੇ ਕਰਮਾਂ ਦਾ ਫਲ ਮਿਲਦਾ ਹੀ, ਬਾਅਦ ਵਿੱਚ ਕਿਸੇ ਤੇ ਦੋਸ਼ ਦੇਣਾ ਠੀਕ ਨਹੀਂ। ਇਸ ਕਰਕੇ ਪਹਿਲਾਂ ਹੀ ਪਰਮੇਸ਼ਰ ਦੀ ਭਾਵ ਭਗਤੀ ਦਾ ਕਰਮ ਕਮਾਵੇ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਭੁੱਲਿਆ ਜਿਹੜਾ ਵੀ ਜੀਵ ਪਰਮੇਸ਼ਰ ਸਭ ਤੋਂ ਵੱਡਾ ਈਸ਼ਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਜਾਂਦਾ ਏ, ਪਰਮੇਸ਼ਰ ਨੂੰ ਭੁਲਾ ਦਿੰਦਾ ਹੈ, ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ, ਉਹਦੇ ਗੁਣ, ਉਹਦੇ ਪਰਉਪਕਾਰ, ਉਹਦੀਆਂ ਬਖਸ਼ਿਸ਼ਾਂ ਨੂੰ ਚੇਤੇ ਨਹੀਂ ਰੱਖਦਾ। ਸਗੋਂ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ, ਮੈਨੂੰ ਕੀ ਮਿਲਿਆ, ਜਦੋਂ ਕਿ ਸਾਰਾ ਕੁਝ ਦਿੱਤਾ ਹੋਇਆ ਹੀ ਵਾਹਿਗੁਰੂ ਦਾ ਹੈ। ਬੰਦਾ ਬੰਦੇ ਨੂੰ ਕੀ ਦੇ ਸਕਦਾ ਹੈ ਤੇ ਕੀ ਦਿੰਦਾ ਹੈ। ਮਨੁੱਖ ਤਾਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਜਨਮ ਨਹੀਂ ਦੇ ਸਕਦਾ, ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਖਤਮ ਨਹੀਂ ਕਰ ਸਕਦਾ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੰਮਣਾ ਤੇ ਮਰਨਾ ਹੈ। ਬਸ ਇੰਨਾ ਹੈ ਵੀ ਪਰਮੇਸ਼ਰ ਨੇ ਜੰਮਣ ਮਰਨ ਦੇ ਬਹਾਨੇ ਬਣਾ ਕੇ ਤੇ ਕਿਸੇ ਨਾ ਕਿਸੇ ਨਾਲ ਉਹ ਗੱਲ ਜੋੜਨੀ ਹੁੰਦੀ ਹੈ। ਉਹ ਪਰਮੇਸ਼ਰ ਦੀ ਖੇਡ ਹੈ। ਕਈ ਵਾਰ ਕਿਸੇ ਬੰਦੇ ਨਾਲ ਜੋੜ ਦਿੰਦਾ ਵੀ ਇਹਨੇ ਮਾਰਿਆ, ਕਿਸੇ ਰੋਗ ਨਾਲ, ਕਿਸੇ ਬਿਮਾਰੀ ਨਾਲ, ਕਿਸੇ ਨਾ ਕਿਸੇ ਚੀਜ਼ ਨਾਲ ਸੰਬੰਧ ਕਾਰਨ ਬਣਾਉਣਾ ਹੁੰਦਾ। ਪਰ ਅਸਲ ਵਿੱਚ ਭਾਈ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕੋਈ ਕੁਝ ਕਰ ਨਹੀਂ ਸਕਦਾ। ਸਾਹ ਲੈ ਰਹੇ ਹਾਂ ਤੇ ਉਹਦੇ ਵਾਹਿਗੁਰੂ ਦੇ ਲਵਾਏ ਹੋਏ ਹੀ ਲੈ ਰਹੇ ਹਾਂ। ਆਪਣੇ ਆਪ ਅਸੀਂ ਸਾਹ ਵੀ ਨਹੀਂ ਲੈ ਸਕਦੇ, ਆਪਣੇ ਆਪ ਅਸੀਂ ਭੋਜਨ ਨਹੀਂ ਖਾ ਸਕਦੇ, ਕਮਾਈ ਨਹੀਂ ਕਰ ਸਕਦੇ, ਗੱਲ ਕੀ ਵੀ ਕੁਝ ਕਰ ਹੀ ਨਹੀਂ ਸਕਦੇ। ਪਰ ਬੰਦਾ ਭੁੱਲ ਜਾਂਦਾ, ਕਹਿੰਦੇ ਰੱਬ ਨੇ ਮੇਰਾ ਕੀ ਸਵਾਰਿਆ, ਰੱਬ ਨੇ ਮੇਰਾ ਕੀ ਕੀਤਾ। ਮਹਾਰਾਜ ਕਹਿੰਦੇ ਇੱਦਾਂ ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਭੁੱਲ ਕੇ ਸਗੋਂ ਉਲਟੇ ਉਲਾਮੇ ਦਿੰਦਾ ਹੈ। ਜਦੋਂ ਵਾਹਿਗੁਰੂ ਦੇ ਨਾਲੋਂ ਜੀਵ ਬੇਮੁਖ ਹੁੰਦਾ, ਪਰਮੇਸ਼ਰ ਨੂੰ ਭੁੱਲਦਾ ਹੈ, ਤਾਂ ਉਹ ਸਵੇਰੇ ਸਾਰੇ ਹੀ ਰੋਗ ਆ ਕੇ ਇਹਨੂੰ ਵਿਆਪ ਜਾਂਦੇ, ਲੱਗ ਜਾਂਦੇ, ਨੱਪ ਲੈਂਦੇ, ਚੰਬੜ ਜਾਂਦੇ ਨੇ। ਇਹਨੂੰ ਬਾਣੀ ਦੇ, ਸਰੀਰ ਦੇ, ਮਨ ਦੇ ਵੀ ਰੋਗ ਲੱਗਦੇ ਆ। ਆਦਿ ਵਿਆਧੀ ਉਪਾਧੀ ਲੱਗ ਜਾਂਦੀ ਹੈ। ਤਿੰਨੇ ਤਾਪ ਆ ਕੇ ਵਿਆਪਦੇ ਨੇ। ਜ਼ੁਬਾਨ ਦੇ ਰੋਗ ਅਨੇਕਾਂ ਨੇ, ਕਿਸੇ ਦੀ ਨਿੰਦਾ ਕਰਨੀ, ਕਿਸੇ ਨੂੰ ਗਾਲ ਮੰਦਾ ਕਰਨਾ, ਉਹਨਾਂ 'ਚ ਇੱਕ ਇਹ ਵੀ ਜ਼ੁਬਾਨ ਦਾ ਰੋਗ ਹੈ। ਅਤੇ ਫਿਰ ਸਰੀਰ ਦਾ ਰੋਗ, ਇੱਕ ਤਾਂ ਸਰੀਰ ਨੂੰ ਬਿਮਾਰੀਆਂ ਜਿਵੇਂ ਅਨੇਕਾਂ ਚੰਬੜ ਜਾਂਦੀਆਂ। ਕਹਿੰਦੇ ਆ ਬਿਮਾਰੀ ਦਾ ਕਦੀ ਨਾਂ ਹੀ ਨਹੀਂ ਸੀ ਸੁਣਿਆ। ਇੱਕ ਤਾਂ ਉਹ, ਤੇ ਇੱਕ ਸਰੀਰ ਕਰਕੇ ਜਿਹੜਾ ਕਿਸੇ ਦਾ ਨੁਕਸਾਨ ਕਰਨਾ ਹੈ, ਇਹ ਵੀ ਬਿਮਾਰੀ ਰੋਗ ਹੀ ਹੈ। ਇਹ ਸਰੀਰ ਦੇ ਰੋਗ ਚੰਬੜ ਗਏ। ਮਨ ਦੇ ਰੋਗ, ਮਨ ਦੇ ਵਿੱਚ ਮਾੜੇ ਖਿਆਲ ਲਿਆਉਣੇ, ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ ਵੀ ਇਹਦਾ ਇੱਦਾਂ ਮਾੜਾ ਹੋ ਜਾਵੇ, ਇਹਦਾ ਨੁਕਸਾਨ ਹੋ ਜੇ। ਇਹੋ ਜਿਹੇ ਰੋਗ, ਮਾਨਸਿਕ ਰੋਗ, ਆਦਿ ਵਿਆਧੀ ਉਪਾਧੀ ਆਦਿ ਕੇ ਬਿਮਾਰੀਆਂ ਆ ਕੇ ਰੱਬ ਨੂੰ ਭੁੱਲਣ ਕਰਕੇ ਜੀਵ ਨੂੰ ਚੰਬੜਦੀਆਂ ਨੇ। ਵੇਖੋ ਨਾਮ ਜਪਣ ਦੇ ਨਾਲ ਤਾਂ ਲਾਹਾ ਹੀ ਲਾਇਆ ਹੈ, ਪਰ ਨਾਮ ਭੁਲਾਉਣ ਦੇ ਨਾਲ ਦੁੱਖ ਹੀ ਦੁੱਖ ਹੈ। ਪਰਮੇਸ਼ਰ ਨੂੰ ਭੁੱਲਿਆ ਨਹੀਂ ਬੰਦਾ ਤੇ ਸਾਰੇ ਰੋਗ ਆ ਕੇ ਚੰਬੜ ਜਾਂਦੇ ਨੇ। ਸਭ ਮੁਸੀਬਤਾਂ, ਇੱਥੇ ਰੋਗ ਤੋਂ ਭਾਵ ਹੈ ਸਭ ਮੁਸੀਬਤਾਂ, ਸਭ ਮੁਸ਼ਕਲਾਂ, ਸਭ ਤਰ੍ਹਾਂ ਦੇ ਦੁੱਖ ਵਾਹਿਗੁਰੂ ਨੂੰ ਭੁਲਾਉਣ ਕਰਕੇ ਜੀਵ ਨੂੰ ਪ੍ਰਾਪਤ ਹੁੰਦੇ ਹਨ। ਜਿਹੜੇ ਪੁਰਖ ਰਾਮ ਰਮੰਤੀ ਰਾਮ ਪਰਮੇਸ਼ਰ ਤੋਂ ਬੇਮੁਖ ਹੋ ਗਏ ਹਨ, ਵਾਹਿਗੁਰੂ ਨੂੰ ਭੁੱਲ ਗਏ ਹਨ, ਉਹਨਾਂ ਨੂੰ ਫਿਰ ਜਨਮਾਂ ਜਨਮਾਂਤਰਾਂ ਦੇ ਵਿਜੋਗ ਵਿਛੋੜੇ ਦੇ ਦੁੱਖ ਲੱਗਦੇ ਹਨ। ਵਾਰ-ਵਾਰ ਜੰਮਣਾ ਮਰਨਾ, ਜੰਮਣਾ ਮਰਨਾ, ਇਹ ਚੱਕਰ ਨਹੀਂ ਉਹਨਾਂ ਦਾ ਮੁੱਕਦਾ ਤੇ ਪਰਮੇਸ਼ਰ ਨਾਲੋਂ ਵਿਛੜੇ ਰਹਿੰਦੇ ਹਨ। ਵਾਹਿਗੁਰੂ ਨਾਲੋਂ ਕਈ ਜਨਮਾਂ ਦਾ ਵਿਛੋੜਾ ਬਣਿਆ ਰਹਿੰਦਾ। ਵਾਹਿਗੁਰੂ ਦੇ ਨਾਮ ਨੂੰ ਜਿਹੜਾ ਮਨੁੱਖ ਨਹੀਂ ਜਪਦਾ, ਨਾਮ ਨੂੰ ਜਪਣ ਕਰਕੇ ਵਿਛੋੜਾ ਪੈਂਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਤੇ ਵਿਛੋੜੇ ਕਰਕੇ ਜੰਮਣ ਮਰਨ ਦਾ ਗੇੜ, ਜੰਮਣ ਮਰਨ ਦਾ ਚੱਕਰ ਮੁੱਕਦਾ ਨਹੀਂ ਹੈ। ਪਾਤਸ਼ਾਹ ਕਹਿੰਦੇ ਉਹ ਸਾਰੇ ਇੱਕ ਛਿੰਦੇ ਵਿੱਚ ਕੌੜੇ ਉਹ ਦੁਖਦਾਈ ਹੋ ਜਾਂਦੇ ਹਨ।
ਜਿਹੜੇ ਪਦਾਰਥ, ਜਿਹੜੇ ਸੰਬੰਧੀ, ਜਿਹੜੀ ਮਾਇਆ, ਜੋ ਕੁਝ ਵੀ ਅਨੇਕ ਛਿੰਦ ਦੇ ਵਿੱਚ ਹੀ ਸਭ ਕੁਝ ਹੀ ਦੁਖਦਾਈ ਹੋ ਜਾਂਦਾ ਹੈ। ਕੌੜੇ ਹੋਣ ਤੋਂ ਭਾਵ ਕੌੜੇ ਦੁੱਖ ਦੇਣ ਵਾਲੇ ਹੋ ਜਾਂਦੇ ਹਨ। ਜਿੱਤੜੇ ਜਿੰਨੇ ਵੀ ਮਾਇਆਵੀ ਭੋਗ ਪਦਾਰਥ ਨੇ, ਮਾਇਆਵੀ ਪਦਾਰਥ ਤੇ ਜਿੰਨੇ ਵੀ ਮਨੁੱਖ ਭੋਗਾਂ ਨੂੰ ਭੋਗਦਾ ਹੈ, ਵਾਹਿਗੁਰੂ ਨੂੰ ਭੁੱਲਣ ਕਰਕੇ ਇੱਕ ਛਿੰਦ ਦੇ ਵਿੱਚ ਹੀ ਦੁੱਖਦਾਈ ਬਣ ਜਾਂਦੇ ਨੇ, ਦੁੱਖਾਂ ਦਾ ਕਾਰਨ ਬਣ ਜਾਂਦੇ ਹਨ। ਵਾਹਿਗੁਰੂ ਦਾ ਨਾਮ ਭੁਲਾਉਣ ਕਰਕੇ ਪਰਮੇਸ਼ਰ ਦੇ ਨਾਮ ਭੁੱਲਣ ਵਿੱਚ ਘਾਟਾ ਹੀ ਘਾਟਾ ਹੈ। ਪਤਾ ਨਹੀਂ ਸਾਡਾ ਸੁਭਾਅ ਕੀ ਹੈ, ਰੁਪਈਏ ਪੈਸੇ ਇਹਨਾਂ ਵਿੱਚ ਘਾਟਾ ਪੈ ਜਾਵੇ, ਬੰਦਾ ਚਿੰਤਾ ਫਿਕਰ ਦੇ ਵਿੱਚ ਜਾਂਦਾ ਹੈ, ਦੁਖੀ ਹੁੰਦਾ ਹੈ, ਬੜਾ ਕੁਝ ਸੋਚਦਾ, ਕਹਿੰਦੇ ਘਾਟਾ ਪੈ ਗਿਆ, ਬੜਾ ਨੁਕਸਾਨ ਹੋ ਗਿਆ। ਰੁਪਈਏ ਦੇ 10 ਜੇਬ ਚੋਂ ਡਿੱਗੇ ਹੋਣ, ਕਹਿੰਦੇ ਉਹ 10 ਰੁਪਈਏ ਡਿੱਗ ਪਏ, ਮੰਗਿਆ ਨੇ ਕੋਈ ਰੁਪਈਆ ਨਹੀਂ ਦਿੰਦਾ, 10 ਰੁਪਈਏ ਸੀ ਫਿਰ ਵੀ ਇੱਦਾਂ ਦੀਆਂ ਵਿਚਾਰਾਂ ਕਰਦਾ ਏ। ਪਰ ਅਸੀਂ ਆਪਣੇ ਜੀਵਨ ਦੇ ਇੰਨੇ ਕੀਮਤੀ ਸਵਾਸ ਗਵਾ ਰਹੇ ਹਾਂ, ਇਹਦਾ ਨਹੀਂ ਵੇਖ ਲਓ ਸਾਨੂੰ ਕਦੀ ਵੀ ਘਾਟੇ ਦਾ ਦੁੱਖ ਹੁੰਦਾ ਵੀ ਕਿੱਡਾ ਘਾਟਾ ਪੈ ਰਿਹਾ ਹੈ। ਜਨਮ ਬ੍ਰਿਥਾ ਜਾਤ ਰੰਗ ਮਾਇਆ, ਇਹ ਨਹੀਂ ਸਾਨੂੰ ਚੇਤਾ ਵੀ ਮਾਇਆ ਦੇ ਰੰਗ ਪ੍ਰੇਮ ਤਮਾਸ਼ਿਆਂ ਕੌਤਕਾਂ ਵਿੱਚ ਲੱਗ ਕੇ ਤੇ ਸਾਡਾ ਮਨੁੱਖਾ ਜਨਮ ਤੇ ਅਜਾਈ ਜਾ ਰਿਹਾ। ਇਹ ਘਾਟੇ ਦਾ ਸਾਨੂੰ ਕੋਈ ਦੁੱਖ ਹੈ ਹੀ ਨਹੀਂ। ਇਸ ਘਾਟੇ ਦੇ ਸਾਡੇ ਅੰਦਰ ਕੋਈ ਵਿਚਾਰ ਫੁਰਦੀ ਨਹੀਂ ਹੈ, ਇਹ ਖਿਆਲ ਆਉਂਦਾ ਹੀ ਨਹੀਂ ਹੈ ਵੀ ਸਾਹ ਜਿਹੜੇ ਨੇ ਇਹ ਤਾਂ ਪੈਸਿਆਂ ਦੇ ਵੀ ਮੁੱਲ ਨਹੀਂ ਮਿਲਣੇ। ਪੈਸੇ ਦਾ ਕਿਸੇ ਦੇ ਕੋਈ ਖੋਹ ਵੀ ਲਊਗਾ, ਕਿਤੇ ਚੋਰੀ ਵੀ ਕਰ ਲੂ, ਕਿ ਕੋ ਹੱਥ ਢਾਹ ਕੇ ਮੰਗ ਵੀ ਲਊ, ਜਾਂ ਕੋਈ ਸਰੀਰ ਦੀ ਮਿਹਨਤ ਕਰਕੇ ਕਮਾ ਲੂਗਾ, ਪਰ ਸਵਾਸ ਦੇ ਨਾ ਚੋਰੀ, ਨਾ ਜਾਰੀ, ਨਾ ਠੱਗੀ, ਨਾ ਧੱਕਾ, ਕਿਸੇ ਤਰ੍ਹਾਂ ਨਾ ਮੰਗਿਆਂ ਪ੍ਰਾਪਤ ਹੋਣੇ ਨੇ। ਸਵਾਸ ਫਿਰ ਜ਼ਿਆਦਾ ਕੀਮਤੀ ਹੈ ਨਾ। ਮਨੁੱਖ ਸਵਾਸ ਆਪਣੇ ਪੈਦਾ ਨਹੀਂ ਕਰ ਸਕਦਾ। ਜੇ ਸਵਾਸ ਇਹ ਆਪਣੇ ਬਣਾ ਸਕਦਾ ਹੁੰਦਾ, ਚਲੋ ਸਾਰਿਆਂ ਦੀ ਗੱਲ ਨਹੀਂ, ਜਿਹੜੇ ਵੱਡੇ ਵੱਡੇ ਲੋਕ ਅਰਬਾਂ ਖਰਬਾਂ ਪਤੀ ਆ ਉਹ ਕਿਉਂ ਮਰਦੇ? ਆ ਇੱਕ ਬਹੁਤ ਸਾਰੀ ਮਾਇਆ ਛੱਡ ਕੇ ਕੁਝ ਦਿਨ ਪਹਿਲਾਂ ਮਰਿਆ, ਉਹ ਕਿਉਂ ਮਰਦਾ? ਜੇ ਮਾਇਆ ਦੇ ਨਾਲ ਸਾਹ ਉਧਾਰੇ ਮਿਲਦੇ ਹੁੰਦੇ, ਬੈੱਡ ਤੇ ਲੰਮੇ ਪਾਉਂਦੇ ਜਿਹੜੇ ਸਾਹ ਦਿੰਦੇ ਆ, ਉਹ ਤਾਂ ਇੱਕ ਪੈਸੇ ਬਣਾਉਣ ਦਾ ਢੰਗ ਹੈ, ਪਰ ਜਿਹੜੇ ਰੱਬੀ ਸਵਾਸ ਨੇ ਉਹ ਨਹੀਂ ਮਿਲਦੇ ਸੰਗਤ ਜੀ। ਇਹ ਕਰਕੇ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਵੀ ਸਾਡੇ ਅਮੋਲਕ ਸਵਾਸ ਅਜਾਈ ਜਾ ਰਹੇ ਹਨ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ੇ ਹੋਏ ਜਿਹੜੇ ਸਵਾਸ ਨੇ, ਬਖਸ਼ਿਆ ਹੋਇਆ ਜਿਹੜਾ ਜੀਵਨ ਹੈ, ਇਹ ਨਾਮ ਜਪੇ ਤੋਂ ਬਗੈਰ ਪਾਤਸ਼ਾਹ ਕਹਿੰਦੇ ਵਿਅਰਥ ਜਾ ਰਿਹਾ ਏ। ਖਿਰ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਮਾਇਆ ਦੇ ਪਦਾਰਥ, ਮਾਇਆਵੀ ਭੋਗ, ਰਸਨਾ ਦੇ ਸਵਾਦ ਸਾਰੇ ਦੁਖਦਾਈ ਹੋ ਜਾਂਦੇ ਨੇ। ਘਾਟਾ ਹੀ ਘਾਟਾ ਪੈਂਦਾ ਹੈ ਜਦੋਂ ਸਾਧ ਸੰਗਤ ਇਹ ਮਨੁੱਖ ਪੁੱਠੇ ਕਰਮ ਕਰਦਾ ਏ, ਤੇ ਕਰਦਿਆਂ ਕਰਦਿਆਂ ਵਾਹਿਗੁਰੂ ਦਾ ਹੁਕਮ ਇਹਦੇ ਉੱਤੇ ਆਉਂਦਾ ਹੈ। ਮਹਾਰਾਜ ਕਹਿੰਦੇ ਫਿਰ ਵਿੱਚ ਕਿਸੇ ਨੇ ਵਿਚੋਲਗੀ ਨਹੀਂ ਕਰਨੀ। ਵਿਚੋਲਗੀ ਹੁੰਦੀ ਹੈ ਨਾ ਵਕੀਲਗਰੀ ਕਰਨੀ, ਵਿਚੋਲੇ ਬਣਨਾ ਜੀ, ਚਲੋ ਕੋਈ ਨਹੀਂ ਜੀ ਜਾਣ ਦੋ ਜੀ, ਜਿੱਦਾਂ ਕਹਿੰਦੇ ਨਿਆਣਾ ਸੀ ਸਮਝ ਜੂਗਾ ਜੀ। ਫੇਰ ਮਹਾਰਾਜ ਕਹਿੰਦੇ ਇਹ ਗੱਲ ਨਹੀਂ ਬਣਨੀ, ਇੱਥੇ ਵਿਚੋਲਗੀ ਜਲਦੀ। ਜਿਹੜਾ ਗੁਰੂ ਨੂੰ ਵਕੀਲ ਬਣਾ ਲੈਂਦਾ ਹੈ ਨਾ, ਮਹਾਰਾਜ ਸਾਹਿਬ ਹਰ ਦਰਗੇ ਕਾ ਬਸੀਠ ਨੇ, ਉਹ ਤਾਂ ਪਾਰ ਹੋ ਜਾਂਦਾ। ਪਰ ਜਦੋਂ ਮਨੁੱਖ ਨਾਮ ਸੇਵਾ ਸਿਮਰਨ ਤੋਂ ਬਗੈਰ ਅਜਾਈ ਜੀਵਨ ਗਵਾ ਲਵੇ, ਫਿਰ ਜੋ ਹਿਸਾਬ ਕਿਤਾਬ ਪਰਮੇਸ਼ਰ ਦੀ ਦਰਗਾਹੇ ਦੇਣਾ ਹੈ, ਉਹਦੇ ਵਿੱਚ ਕੋਈ ਵਿਚੋਲਗੀ ਨਹੀਂ ਕਰਦਾ। ਜੇ ਸੰਗਤ ਨਹੀਂ ਆਪਾਂ ਕੀਤੀ, ਸੰਗਤ ਕਰਦੇ ਆ ਤੇ ਮਹਾਰਾਜ ਬਚਾ ਲੈਂਦੇ ਆ ਫਿਰ, ਪਰ ਸੰਗਤ ਤੋਂ ਬਿਨਾਂ ਸਾਡਾ ਬਚਾਅ ਨਹੀਂ ਹੋਣਾ। ਜਦੋਂ ਪਾਤਸ਼ਾਹ ਕਹਿੰਦੇ ਵੀ ਸਭ ਭੋਗ ਪਦਾਰਥ, ਸਭ ਜੀਵ ਸੰਬੰਧੀ, ਸਭ ਸਹੂਲਤਾਂ ਦੁਖਦਾਈ, ਦੁੱਖ ਦੇਣ ਵਾਲੀਆਂ ਹੋਈਆਂ, ਤਾਂ ਫਿਰ ਉਹਨਾਂ ਦੁੱਖਾਂ ਤੋਂ ਬਚਾਉਣ ਦੇ ਲਈ, ਜਮਾਂ ਦੀ ਮਾਰ ਤੋਂ ਬਚਾਉਣ ਦੇ ਲਈ ਕਿਸੇ ਨੇ ਵੀ ਵਿੱਚ ਵਿਚੋਲਗੀ ਨਹੀਂ ਕਰਨੀ, ਸਹਾਈ ਨਹੀਂ ਬਣਨਾ। ਫਿਰ ਪਾਤਸ਼ਾਹ ਕਹਿੰਦੇ ਕਿਸ ਥਾਂ ਤੇ ਜਾ ਕੇ ਰੋਜ਼ ਰੋਵੋਗੇ, ਆਪਣੇ ਰੋਜ਼ ਹਰ ਰੋਜ਼ ਰੋਣੇ, ਕਿੱਥੇ ਰੋਵੋਗੇ, ਕਿੱਥੇ ਦੁੱਖ ਦੱਸੋਗੇ, ਕਿਹਨੂੰ ਜਾ ਕੇ ਨਿਤ ਆਖੋਗੇ?
ਉਹ ਲੋਕ ਵੀ ਇੱਥੇ ਤਾਂ ਜੇ ਸੰਸਾਰ ਦੀ ਗੱਲ ਕਰੀਏ, ਜੇ ਮਹਾਰਾਜ ਦਾ ਦਰ ਛੱਡ ਕੇ ਕਿਸੇ ਅੱਗੇ ਕੋਈ ਦੁੱਖ ਰੋਈਏ, ਅਗਲਾ ਕਹਿੰਦਾ ਅਸੀਂ ਤਾਂ ਭਰਾਵਾ ਆਪ ਬੜੇ ਦੁਖੀ ਆਂ। ਕਿਸੇ ਦੇ ਘਰ ਜਾ ਕੇ ਕੋਈ ਦੁੱਖ ਰੋ ਆਵੇ, ਉਹ ਕਹਿੰਦੇ ਵੇਖੋ ਸਾਡੇ ਸੁਖੀ ਸਾਂਝੀ ਘਰੇ ਆ ਕੇ ਰੋ ਕੇ ਗਿਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਫੇਰ ਦਰਗਾਹ ਵਿੱਚ ਦੱਸੋ ਉੱਥੇ ਕਿੱਥੇ ਰੋਣਾ ਰੋਵੋਗੇ? ਰੋਣਾ ਦੇ ਲੋਕ ਇੱਥੇ ਸੰਸਾਰ ਵਿੱਚ ਨਹੀਂ ਸੁਣਦੇ। ਉਹ ਕਹਿੰਦੇ ਆ ਵੀ ਤੂੰ ਹੀ ਜ਼ਿਆਦਾ ਦੁਖੀ ਆ, ਨੇਤੀ ਰੋਂਦਾ ਰਹਿਣਾ ਹੈ, ਨੇਤੀ ਇਹੋ ਜਿਹੀਆਂ ਗੱਲਾਂ ਕਰਦਾ ਹੈ। ਹੋਰ ਵੀ ਤੇ ਲੋਕ ਹੈਗੇ ਹੀ ਆ, ਤੇ ਦੱਸੋ ਫਿਰ ਜਮਾ ਅੱਗੇ ਜਾ ਕੇ ਕਿਵੇਂ ਰੋਵਾਂਗੇ? ਉਹ ਸਾਡਾ ਰੋਣਾ ਨਹੀਂ ਮੰਨਣਗੇ, ਉਹਨਾਂ ਇਹ ਮੰਨਣਾ ਵੀ ਤੂੰ ਕਿੰਨੀ ਵਾਰਾਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਉਹ ਫਿਰ ਪੁੱਛਣਗੇ ਨਹੀਂ, ਨੇੜੇ ਹੀ ਨਹੀਂ ਆਉਣਗੇ, ਫਿਰ ਰੋਣਾ ਪੈਣਾ ਹੀ ਨਹੀਂ। ਪਰ ਜੇ ਨਾਮ ਨਹੀਂ, ਸੇਵਾ ਨਹੀਂ, ਸਿਮਰ ਨਹੀਂ, ਗੁਰੂ ਉਪਦੇਸ਼ ਨਹੀਂ, ਮਹਾਰਾਜ ਦੀ ਸਿੱਖਿਆ ਨਹੀਂ ਕਮਾਈ, ਤਾਂ ਫਿਰ ਪਾਤਸ਼ਾਹ ਕਹਿੰਦੇ ਕਿੱਥੇ ਰੋਵੇਂਗਾ? ਤੇਰਾ ਦੁੱਖ ਨਹੀਂ ਕਿਸੇ ਨੇ ਵੀ ਸੁਣਨਾ, ਦੁਖੀ ਹੋਵੇਂਗਾ। ਬੰਦੇ ਦਾ ਆਪਣਾ ਕੀਤਾ ਹੋਇਆ ਕੁਝ ਨਹੀਂ ਹੁੰਦਾ। ਸ਼ਾਹੂਕਾਰ ਸੀ, ਮਾਇਆ ਸਾਰੀ ਉਮਰ ਸਾਂਭ ਰੱਖੀ, ਮਰਨ ਲੱਗੇ ਨੂੰ ਆਇਆ ਵੀ ਹੁਣ ਪੁੰਨ ਕਰਾਵਾਂ। ਆਪਣੇ ਹੱਥ ਹਿਲਦੇ ਨਹੀਂ, ਪੈਰ ਹਿਲਦੇ ਨਹੀਂ। ਆਪਣੇ ਬੱਚਿਆਂ ਨੂੰ ਕਹਿ ਕੇ ਗਿਆ ਵੀ ਆਹ ਕਰਿਓ, ਇੰਨਾ ਇੱਥੇ ਦਾਨ ਕਰ ਦਿਓ, ਇਹਨੂੰ ਦੇ ਦਿਓ, ਉਹਨੂੰ ਦੇ ਦਿਓ। ਉਦੋਂ ਨਾ ਸਿਰ ਮਾਰੀ ਗਏ ਬਸ ਵੀ ਦੱਸਦੇ ਹੈ ਕਿੱਥੇ ਕਿੱਥੇ। ਜਦੋਂ ਮਰ ਗਿਆ ਤੇ ਇੱਕ ਕੌਡੀ ਦਾਨ ਨਹੀਂ ਕੀਤੀ। ਆਪਣੇ ਹੱਥੀਂ ਕੋਈ ਭਲਾ ਕਰ ਜਾਂਦਾ, ਕੋਈ ਪਰਉਪਕਾਰ ਕਰ ਜਾਂਦਾ ਤੇ ਠੀਕ ਸੀ, ਪਰ ਬਾਅਦ ਦੇ ਵਿੱਚ ਕੁਝ ਨਹੀਂ ਉਹਦੇ ਕੋਲ ਕੀਤਾ ਹੋਇਆ ਆਪਣਾ ਹੋ ਸਕਦਾ ਸੀ। ਇਸੇ ਤਰ੍ਹਾਂ ਹੀ ਮਨੁੱਖ ਦਾ ਕੀਤਾ ਹੋਇਆ ਕੁਝ ਹੁੰਦਾ ਹੀ ਨਹੀਂ ਹੈ। ਮਨੁੱਖ ਨੂੰ ਕਰਤਾ ਦੇ ਭੋਗਤਾ ਦਾ ਮਾਣ ਹੈ, ਕਰਤਾ ਭੋਗਤਾ ਦਾ ਹੰਕਾਰ ਹੈ ਵੀ ਮੈਂ ਕਰਤਾ ਭੋਗਤਾ ਹਾਂ, ਵੀ ਮੈਂ ਕਰਨ ਵਾਲਾ ਹਾਂ, ਮੈਂ ਭੋਗਣ ਵਾਲਾ। ਇਹ ਮਨੁੱਖ ਨੂੰ ਇੱਕ ਭਰਮ ਪੈ ਜਾਂਦਾ ਏ। ਪਰ ਅਸਲ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਆਪਣਾ ਕੀਤਾ ਹੋਇਆ ਕੁਝ ਵੀ ਜੀਵ ਦੇ ਪਾਸੋਂ ਹੁੰਦਾ ਹੀ ਨਹੀਂ ਹੈ। ਮਨੁੱਖ ਆਪਣੇ ਆਪ ਕੁਝ ਕਰ ਹੀ ਨਹੀਂ ਸਕਦਾ। ਜੋ ਧੁਰੋਂ ਦਰਗਾਹੋਂ ਸੰਜੋਗ ਲਿਖਿਆ ਹੋਇਆ ਹੈ, ਜੋ ਪਰਮੇਸ਼ਰ ਨੇ ਸਾਡੇ ਕਰਮਾਂ ਅਨੁਸਾਰ ਫਲ ਲਿਖ ਦਿੱਤਾ, ਉਹ ਫਲ ਹੀ ਸਾਨੂੰ ਭੋਗਣਾ ਪੈਂਦਾ ਏ। ਵੱਡਿਆਂ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਮੇਰਾ ਪ੍ਰਭੂ ਅਕਾਲ ਪੁਰਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦਾ ਵੱਡ ਪੁਣਾ ਭੱਜ ਗਿਆ, ਹੰਕਾਰ ਦੂਰ ਹੋ ਗਿਆ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤਾਂ ਫਿਰ ਮਹਾਰਾਜ ਕਹਿੰਦੇ ਸਭ ਵਿਯੋਗ ਵਿਛੋੜੇ ਦੇ ਦੁੱਖ ਉਤਰ ਜਾਂਦੇ ਜਨਮਾਂ ਜਨਮਾਂਤਰਾਂ ਦੇ। ਜੇ ਵੱਡੇ ਭਾਗ ਹੋਣ, ਸੰਗਤ ਹੋਵੇ, ਗੁਰੂ ਦਾ ਉਪਦੇਸ਼ ਪ੍ਰਾਪਤ ਹੋਵੇ, ਸਿੱਖ ਭਜਨ ਮੰਨ ਲਵੇ, ਫਿਰ ਕਮਾਉਣ ਲੱਗ ਪਵੇ, ਕਿਉਂਕਿ ਭਜਨ ਕਮਾਇਆ ਹੀ ਸਾਰੀ ਖੇਡ ਚੱਲਣੀ ਹੈ। ਦਸਵੇਂ ਪਾਤਸ਼ਾਹ ਨੇ ਜਿਵੇਂ ਸਾਨੂੰ ਕਹਿਤਾ ਵੀ ਗੁਰਸਿੱਖੋ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ, 5 ਕਕਾਰੀ ਰਹਿਤ ਰੱਖਣੀ ਹੈ, ਕਕਾਰ ਧਾਰਨ ਕਰਕੇ ਰੱਖਣੇ। ਇਹ ਹੁਣ ਭਜਨ ਮੰਨਣ ਦੇ ਨਾਲ ਹੀ ਸਾਡਾ ਭਲਾ ਹੈ। ਮਹਾਰਾਜ ਸਾਹਿਬ ਦੇ ਭਜਨ ਮੰਨਣ ਤੋਂ ਬਗੈਰ ਸਾਡੀ ਕਲਿਆਣ ਨਹੀਂ ਹੋ ਸਕਦੀ। ਗੱਲਾਂ ਦੇ ਭਜਨ ਤਾਂ ਮੰਨਣੇ ਪੈਂਦੇ ਆ, ਭਾਵੇਂ ਕਹਿਣ ਵਾਲੇ ਨੂੰ, ਵੇਖਣ ਵਾਲੇ ਨੂੰ ਲੱਗਣ ਵੀ ਛੋਟੀਆਂ ਗੱਲਾਂ ਏ। ਜੇ ਕੰਗਾ ਹੀ ਕਰਦੇ ਆਪਾਂ ਕੇਸਾਂ 'ਚ, ਪੰਜ ਪਿਆਰੇ ਕਹਿੰਦੇ ਕੰਗਾ ਪਰੇ ਮੰਜੇ ਤੇ ਨਹੀਂ ਰੱਖਣਾ ਜਿੱਥੇ ਬੈਠੇ ਆ, ਤੁਹਾਡੀ ਜੇਬ 'ਚ ਹੋਵੇ, ਤੁਹਾਡੇ ਕੇਸਾਂ 'ਚ ਹੋਵੇ। ਕੇਸ ਵਾਹੁੰਦੇ ਆ ਤੁਹਾਡੇ ਪੱਟ 'ਤੇ, ਹੋ ਸਕਦਾ ਉੱਤੇ ਬਸਤਰ ਰੱਖਿਆ ਹੋਵੇ, ਆਪਣੇ ਪੱਟਾਂ 'ਤੇ ਰੱਖ ਸਕਦੇ, ਜਦੋਂ ਬਸਤਰ ਹੋਵੇ ਗਾੜੀ ਜੇਬ 'ਚ ਪਾ ਸਕਦੇ, ਹੱਥ 'ਚ ਫੜ ਸਕਦੇ ਹੋ, ਗਾਤਰੇ 'ਚ ਉਡਾ ਲਓ, ਪਰ ਮੰਜੇ 'ਤੇ ਪਰੇ ਨਹੀਂ ਰੱਖਣਾ, ਕੇਸਾਂ ਦੇ ਵਿੱਚ ਹੀ ਰੱਖਣਾ ਤੇ ਆਪਣੇ ਸਰੀਰ ਨਾਲ ਰੱਖਣਾ। ਕੜਾ ਨਹੀਂ ਲਾ ਕੇ ਸਰਬਲੋਹ ਦਾ ਬਾਹਰ ਦੂਰ ਰੱਖਣਾ ਸਰੀਰ ਦੇ ਨਾਲੋਂ। ਕਿਰਪਾਨ ਲਾ ਕੇ ਨਹੀਂ ਕਿੱਲੀ ਤੇ ਟੰਗਣੀ। ਕਕਾਰ ਸਰੀਰ ਦੇ ਨਾਲ ਹੋਣਾ ਚਾਹੀਦਾ। ਛੋਟੀ ਵੱਡੀ ਦਾ ਫਰਕ ਹੋ ਸਕਦਾ ਹੈ, ਪਰ ਕਕਾਰ ਸਰੀਰ ਦੇ ਨਾਲ ਹੋਵੇ। ਕਛਹਿਰੇ ਦੇ ਦੋਵੇਂ ਪਹੁੰਚੇ ਲਾ ਕੇ ਨਹੀਂ ਸੁੱਟਣੇ। ਇਹ ਵੀ ਤਿਆਰ ਬਰ ਰਹਿਣ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਹੈ ਵੀ ਇਹ ਸਤਿਗੁਰਾਂ ਦੇ ਬਚਨ ਕਹਿਣ ਨੂੰ ਤਾਂ ਬੰਦਾ ਆ ਸਕਦਾ, ਲੈ ਇਹਦੇ ਨਾਲ ਕੀ ਹੋ ਜਾਂਦਾ, ਪਰ ਅਸਲ ਦੇ ਵਿੱਚ ਇਹਦੇ ਵਿੱਚ ਗੁਰੂ ਦਾ ਬਚਨ ਮੰਨਣ ਦੀ ਭਾਵਨਾ ਹੈ। ਜੇ
ਕੋਈ ਇਹ ਕਵੇ ਵੀ ਇਹ ਜਿਹੜਾ ਕਕਾਰ ਪਰੇ ਰੱਖਣ ਦੇ ਨਾਲ ਕੁਝ ਨਹੀਂ ਹੋ ਜਾਂਦਾ, ਤੇ ਜੇ ਪਾਈ ਰੱਖਾਂਗੇ ਤੇ ਫਿਰ ਕੀ ਹੋ ਜਾਊਗਾ ਤੁਹਾਡਾ? ਫਿਰ ਕਿਹੜਾ ਕੋਈ ਭਾਰ ਲੱਗੇਗਾ, ਸਗੋਂ ਗੁਰੂ ਦਾ ਭਜਨ ਤਾਂ ਕਮਾਇਆ ਜਾਵੇਗਾ ਨਾ। ਹਾਂ ਇਹ ਹੈ ਵੀ ਜੇ ਅਸੀਂ ਇਹ ਕਕਾਰ ਲਾਂਭੇ ਰੱਖ ਦਿੰਦੇ ਹਾਂ, ਜਦੋਂ ਚਿੱਤ ਕਰੇ ਲਾ ਦਿੰਦੇ ਹਾਂ, ਫਿਰ ਗੁਰੂ ਮਹਾਰਾਜ ਸਾਹਿਬ ਦੀ ਪਿੱਠ ਜ਼ਰੂਰ ਸਾਡੇ ਵੱਲ ਹੋ ਜਾਂਦੀ ਹੈ। ਹੋਰ ਤਾਂ ਤੁਹਾਨੂੰ ਕੀ ਉੱਥੇ ਸਿਰ ਦੇ ਉੱਤੇ ਕਿਸੇ ਨੇ ਕੋਈ ਪਹਾੜ ਰੱਖ ਦੇਣਾ, ਪਰ ਸਤਿਗੁਰੂ ਦੀ ਜਿਹਦੇ ਵੱਲ ਕੰਡ ਹੋ ਗਈ, ਪਿੱਠ ਹੋ ਗਈ, ਫਿਰ ਉਹ ਸਿੱਖ ਦਾ ਜੀਵਨ ਕਾਹਦਾ ਹੈ? ਮਹਾਰਾਜ ਕਹਿੰਦੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤੇ ਜੇ ਪੂਰਨਮਾਸੀ ਦੇ ਦਿਹਾੜੇ ਦੇ ਇਸ ਪਾਵਨ ਸਥਾਨ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਹਰ ਪੁੰਨਿਆਂ ਤੇ। ਕਈ ਸਥਾਨਾਂ ਦੇ ਮੱਸਿਆ ਦੇ ਹੁੰਦਾ ਹੈ, ਜਿਵੇਂ ਛੇਵੇਂ ਪਾਤਸ਼ਾਹ, ਕਈ ਸਥਾਨ ਹੈ ਉੱਥੇ ਐਤਵਾਰ, ਹਰ ਐਤਵਾਰ ਹੀ ਛਕਾਉਂਦੇ ਨੇ, ਬੁੱਧਵਾਰ ਵੀ ਛਕਾਉਂਦੇ ਨੇ। ਸ੍ਰੀ ਅਕਾਲ ਤਖਤ ਸਾਹਿਬ ਚਲ ਜਾਓ, ਦਮਦਮੀ ਟਕਸਾਲ ਦੇ ਸਥਾਨ ਤੇ ਚਲੇ ਜਾਓ, ਕੇਸਗੜ੍ਹ ਸਾਹਿਬ, ਜਿੱਥੇ ਵੀ ਜਾਓ, ਹਜੂਰ ਸਾਹਿਬ ਵੀ ਉਹਨਾਂ ਦੇ ਨਿਯਤ ਕੀਤੇ ਆ ਵੀ ਇਸ ਦਿਨ ਅੰਮ੍ਰਿਤ ਛਕਾਉਣੇ ਆ। ਐਤਵਾਰ ਅੰਮ੍ਰਿਤ ਸੰਚਾਰ ਹੁੰਦੇ ਨੇ, ਸਮਾਗਮ ਹੁੰਦੇ, ਜੋੜ ਮੇਲਿਆਂ 'ਚ ਹੁੰਦੇ ਆ ਅੰਮ੍ਰਿਤ ਸੰਚਾਰ। ਮਹਾਰਾਜ ਜੀ ਦੀ ਪ੍ਰਚਾਰ ਦੀ ਦ੍ਰਿੜਤਾ, ਜਿਹੜਾ ਸਿੱਖ ਮਹਾਰਾਜ ਦਾ ਵਚਨ ਮੰਨਣ ਵਾਲਾ ਹੋਵੇ, ਉਹਨੂੰ ਛਕਣ ਦੇ ਵਾਸਤੇ ਤਾਂ ਬੜੇ ਰਾਹ ਨੇ। ਇੱਥੋਂ ਤੀਕਰ ਰਾਹ ਦੇ ਕਹਿੰਦੇ ਕਕਾਰ ਨਹੀਂ ਹੈਗੇ, ਕੇਸ ਰੱਖ ਕੇ ਆਇਆ, ਬਾਕੀ ਕਕਾਰ ਵੀ ਤੈਨੂੰ ਦੇ ਦਾਂਗੇ। ਹੁਣ ਇੱਥੋਂ ਗਾਂਹ ਕੀ ਕੋਈ ਕਿਸੇ ਨੂੰ ਕਰ ਸਕਦਾ? ਤੇ ਮਹਾਰਾਜ ਜੀ ਕਹਿੰਦੇ ਭਾਈ ਵਚਨ ਮੰਨਣਾ ਪਵੇਗਾ, ਜਿਹਦੇ ਵੱਡੇ ਭਾਗ ਨੇ ਉਹ ਵਚਨ ਕਮਾਉਂਦਾ ਹੈ। ਜਿਹੜਾ ਵਚਨ ਕਮਾਉਂਦਾ ਏ ਉਹੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਦਾ ਏ। ਉਹਦੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੇ ਰੋਗ ਦੁੱਖ ਮਿਟ ਜਾਂਦੇ ਹਨ। ਉਹੀ ਸਾਧ ਸੰਗਤ ਵਿਛੜਨੋਂ ਰਹਿ ਜਾਂਦਾ ਹੈ, ਉਹਦਾ ਵਿਛੋੜਾ ਮੁੱਕ ਜਾਂਦਾ ਹੈ। ਜਿਹਨੂੰ ਪਰਮੇਸ਼ਰ ਮਿਲੇ, ਜਿਹਨੂੰ ਸਤਿਗੁਰੂ ਮਿਲੇ, ਸਤਿਗੁਰਾਂ ਦੀ ਸਿੱਖੀ ਮਿਲੇ, ਸਤਿਗੁਰਾਂ ਦਾ ਵਚਨ ਕਮਾਉਣਾ ਮਿਲੇ, ਜਿਹੜਾ ਮਹਾਰਾਜ ਦਾ ਵਚਨ ਕਮਾ ਲਵੇ ਉਹ ਨਿਹਾਲ ਹੁੰਦਾ ਹੈ। ਇਸ ਕਰਕੇ ਸਿੱਖ ਨੂੰ ਚਾਹੀਦਾ ਹੈ ਸਤਿਗੁਰਾਂ ਦਾ ਵਚਨ ਸਤ ਕਰਕੇ ਮੰਨੇ ਕਮਾਵੇ। ਨਾਨਕ ਕਉ ਪ੍ਰਭ ਰਾਖ ਲੇਹਿ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਬੇਨਤੀ ਕਰ ਲਈਏ ਵੀ ਇਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰੋ। ਮੇਰੇ ਸਾਹਿਬ ਬੰਦੀ ਮੋਚ। ਇਹ ਮੇਰੇ ਸਾਹਿਬ, ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਬੰਦੀ ਮੋਚ ਹੋ। ਤੁਸੀਂ ਮਹਾਰਾਜ ਬੰਧਨਾਂ ਨੂੰ ਕੱਟਣ ਵਾਲੇ ਹੋ। ਤੁਸੀਂ ਜੰਮਣ ਮਰਨ ਦੇ ਬੰਧਨਾਂ ਦੇ ਕੱਟਣ ਵਾਲੇ ਹੋ। ਤੁਸੀਂ ਮੋਹ ਮਾਇਆ ਮਮਤਾ ਦੇ ਬੰਦੀ ਖਾਨੇ ਕੈਦ ਦੇ ਵਿੱਚੋਂ ਛੁਡਾਉਣ ਵਾਲੇ ਹੋ। ਤੁਸੀਂ ਮਹਾਰਾਜ ਪ੍ਰਤੱਖ ਬੰਧਨਾਂ ਤੋਂ, ਪ੍ਰਤੱਖ ਕੈਦਖਾਨਿਆਂ ਤੋਂ ਛੁਡਾਉਣ ਵਾਲੇ ਹੋ। ਜੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਤੇ 10ਵੇਂ ਪਾਤਸ਼ਾਹ ਮਹਾਰਾਜ ਦੇ ਤਾਂ ਪ੍ਰਤੱਖ ਹੀ ਪ੍ਰਸੰਗ ਆਉਂਦੇ। ਏਮਨਾਬਾਦ ਦੇ ਵਿੱਚ ਜਦੋਂ ਬਾਬਰ ਨੇ ਆ ਕੇ ਹੱਲਾ ਕੀਤਾ, ਪਠਾਨ ਹਾਰੇ, ਤੇ ਸਾਰੇ ਜਿਹੜੇ ਮਾਰੇ ਗਏ ਉਹਨਾਂ ਦੇ ਬਚੇ ਹੋਏ ਪਰਿਵਾਰ, ਇਸਤਰੀਆਂ, ਪੁਰਖ, ਬਜ਼ੁਰਗ ਫੜ ਕੇ ਤੇ ਕੈਦ ਵਿੱਚ ਪਾਲੇ, ਜਿਨ੍ਹਾਂ ਦੀ ਗਿਣਤੀ 1100 ਸੀ। ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਕੈਦਖਾਨੇ ਦੇ ਵਿੱਚ ਜਦੋਂ ਮਹਾਰਾਜ ਨੂੰ ਵੀ ਗ੍ਰਿਫਤਾਰ ਕਰਕੇ ਖੜਿਆ, ਪਹਿਲਾਂ ਦੇ ਘੋੜਾ ਆਪੇ ਚੱਲਿਆ, ਅੜੀ ਵਾਲਾ ਘੋੜਾ ਸੀ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਰਹੇ। ਅਤੇ ਫਿਰ ਜਦੋਂ ਜੇਲ੍ਹ ਖਾਨੇ 'ਚ ਖੜਿਆ, ਉੱਥੇ ਦਾਣੇ ਪੀਸਣ ਲਈ ਚੱਕੀਆਂ ਲਾਈਆਂ ਸੀ, ਮਹਾਰਾਜ ਦੀਆਂ ਚੱਕੀਆਂ ਆਪੇ ਚੱਲੀਆਂ। ਐਸਾ ਵੀ ਵਚਨ ਆਉਂਦਾ ਹੈ ਵੀ ਜਿਹੜੇ ਬਾਕੀ ਚੱਕੀਆਂ ਚਲਾ ਰਹੇ ਸੀ ਉਹਨਾਂ ਨੂੰ ਮਹਾਰਾਜ ਕਹਿੰਦੇ ਤੁਸੀਂ ਚੱਕੀ ਦਾਣੇ ਪਾਈ ਜਾਓ, ਦਾਣਾ ਪਊਗਾ ਪਰ ਵਿੱਚੋਂ ਆਟਾ ਨਿਕਲੂ ਕੋਈ ਨਹੀਂ। ਜਦੋਂ ਇਹ ਕੌਤਕ ਵੇਖਿਆ, ਮਹਾਰਾਜ ਦੀ ਚੱਕੀ ਚੱਲ ਰਹੀ ਹੈ, ਭਾਈ ਮਰਦਾਨੇ ਦੀ ਆਪੇ, ਜਿਹੜੇ ਬਾਕੀ ਚੱਕੀਆਂ ਚਲਾ ਰਹੇ, ਦਾਣੇ ਪਾ ਰਹੇ, ਦਾਣੇ ਪੈ ਰਹੇ, ਆਟਾ ਨਿਕਲ ਕੋਈ ਨਹੀਂ ਰਿਹਾ। ਪਹਿਲਾਂ ਨਿਕਲਦਾ ਸੀ ਮਹਾਰਾਜ ਦੇ ਆਉਣ ਤੋਂ, ਕਿਉਂਕਿ ਉਹਨਾਂ ਨੂੰ ਇਹ ਲੱਗਾ ਵੀ ਇਹ ਗੁਰੂ ਨਾਨਕ ਸਾਹਿਬ ਆਏ ਨੇ, ਇਹ ਸਾਨੂੰ ਕੈਦਖਾਨੇ 'ਚੋਂ ਛੁਡਾਉਣ ਆਏ ਨੇ। ਉਹਨਾਂ ਨੂੰ ਇਹ ਅਹਿਸਾਸ ਹੋ ਗਿਆ, ਮਹਾਰਾਜ ਦਾ ਵਚਨ ਮੰਨਿਆ। ਬਾਬਰ ਭੱਜਾ ਆਇਆ ਜਦੋਂ ਪਤਾ ਲੱਗਾ ਵੀ ਕੋਈ ਬੜੇ ਤਗੜੇ ਮਹਾਤਮਾ ਆਏ ਨੇ। ਕਹਿੰਦਾ ਜੇ ਮੈਨੂੰ ਪਤਾ ਹੁੰਦਾ ਵੀ ਇਹੋ ਜਿਹੇ ਕਰਾਮਾਤੀ ਪੁਰਖ ਇੱਥੇ ਰਹਿੰਦੇ, ਮੈਂ ਇੱਥੇ ਹਮਲਾ ਹੀ ਨਾ ਕਰਦਾ। ਮਹਾਰਾਜ ਬਖਸ਼ ਲਓ, ਮੈਨੂੰ ਪਤਾ ਨਹੀਂ ਸੀ। ਸਾਹਿਬ ਕਹਿੰਦੇ ਜਿਹੜੇ ਜੰਗ ਵਿੱਚ ਆਉਣ
ਉਹਨਾਂ ਦੀ ਗੱਲ ਕੋਈ ਨਹੀਂ ਹੁੰਦੀ। ਆਮੋ ਸਾਹਮਣੇ ਜੰਗ ਵਿੱਚ ਮਾਰੇ ਗਏ, ਇਹ ਜੰਗ ਦਾ ਧਰਮ ਹੈ। ਪਰ ਆ ਜਿਹੜੇ ਵਿਚਾਰੇ ਬੁੱਢੇ, ਇਹ ਬੀਬੀਆਂ ਘਰਾਂ ਚੋਂ ਚੁੱਕ ਕੇ ਲਿਆਂਦੀਆਂ, ਇਹਨਾਂ ਦਾ ਕੀ ਦੋਸ਼ ਹੈ? ਛੱਡ ਇਹਨਾਂ ਨੂੰ ਸਾਰਿਆਂ ਨੂੰ। ਇਹਨਾਂ ਦਾ ਜੋ ਜੋ ਪਦਾਰਥ ਲਿਆਓ ਵੀ ਵਾਪਸ ਕਰੇ, ਜਾ ਕੇ ਆਪਣੇ ਘਰੀ ਵਸਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਕਲਾ ਵੇਖ ਕੇ, ਬਚਨ ਮੰਨ ਕੇ, ਤੇ ਬਾਬਰ ਨੇ ਉਹ ਸਾਰੇ ਕੈਦੀ ਰਿਹਾ ਕਰ ਦਿੱਤੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਹੀ ਏਮਨਾਬਾਦ ਦੇ ਵਿੱਚ ਹੀ ਇਸ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਕਿਲੇਦਾਰ ਨੇ, ਉਹਦੇ ਪੁੱਤਰ ਦੇ ਬਿਮਾਰ ਹੋਣ ਤੇ ਉਹਨੂੰ ਠੀਕ ਕਰਨ ਲਈ ਸੱਦੇ ਹੋਏ ਅਨੇਕਾਂ ਸੰਤਾਂ ਕੋਲ। ਜਦੋਂ ਠੀਕ ਨਾ ਹੋਇਆ ਤੇ ਉਹਨਾਂ ਨੂੰ ਕੈਦ ਕਰ ਲਿਆ। ਉਹ ਵੀ ਸੈਂਕੜਿਆਂ ਦੀ ਗਿਣਤੀ ਸੀ। ਉਹਨਾਂ ਦੀ ਵੀ ਗਿਣਤੀ ਕਈ ਵਿਦਵਾਨਾਂ ਨੇ 1100 ਲਿਖੀ, ਵੀ ਸੰਤ ਵੀ 1100 ਦੂਰੋਂ ਦੂਰੋਂ ਫੜ ਪਾ ਲਏ। ਕਹਿੰਦੇ ਕਰੋ ਠੀਕ। ਮਲਕ ਭਾਗੋ ਨੇ ਬਦਲਾ ਲੈਣ ਲਈ ਮਹਾਰਾਜ ਵੱਲ ਵੀ ਇਸ਼ਾਰਾ ਕਰਤਾ, ਸਤਿਗੁਰਾਂ ਨੂੰ ਵੀ ਕਹਿਤਾ। ਮਹਾਰਾਜ ਕਹਿੰਦੇ ਰਾਜਨ ਇਹ ਦੱਸ ਵੀ ਕਦੀ ਕਿੱਕਰਾਂ ਨੂੰ ਅੰਗੂਰ ਲੱਗੇ? ਕਹਿੰਦਾ ਜੀ ਨਹੀਂ। ਪਾਤਸ਼ਾਹ ਕਹਿੰਦੇ ਫੇਰ ਇਹ ਦੱਸ ਵੀ ਸੰਤਾਂ ਕੋ ਦੁਆ ਕਰਾਉਣੀ ਆ ਤੇ ਡਰਾ ਕੇ ਕਰਾ ਲੇਗਾ? ਮਹਾਰਾਜ ਮੇਰਾ ਪੁੱਤਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਉਹ ਤੇ ਪਤਾ ਕਰ ਚੜਾਈ ਕਰ ਗਿਆ ਤੇਰਾ ਪੁੱਤਰ। ਪਤਾ ਕੀਤਾ, ਰੋਣ ਲੱਗ ਪਿਆ। ਮਹਾਰਾਜ ਤੁਰ ਪਏ ਤੇ ਸੰਤਾਂ ਆਵਾਜ਼ ਮਾਰੀ, ਮਹਾਰਾਜ ਤੁਸੀਂ ਤੇ ਇਹਦਾ ਮਾਰ ਕੇ ਚਲੇ ਚੱਲੇ ਹੋ, ਇਹਨੇ ਹੁਣ ਸਾਨੂੰ ਨਹੀਂ ਛੱਡਣਾ, ਗੁੱਸਾ ਸਾਡੇ ਤੇ ਕੱਢੇਗਾ। ਇਹਨੇ ਨੂੰ ਉਹ ਵੀ ਪੈਰੀਂ ਪੈ ਗਿਆ। ਕਿਲੇਦਾਰ ਮਹਾਰਾਜ ਬਖਸ਼ ਲਓ। ਉਹਨਾਂ ਮਹਾਤਮਾ ਦੀ ਕਿਰਪਾ ਦਾ ਸਦਕਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹੋ ਜਿਹਾ ਕੌਤਕ ਵਰਤਾਇਆ। ਭਾਈ ਲਾਲੋ ਦੇ ਜੂਠੇ ਕੋਧਰੇ ਦੇ ਟੁੱਕੜ ਨੂੰ ਖਵਾ ਕੇ ਤੇ ਉਸ ਕਿਲੇਦਾਰ ਦੇ ਰਾਜੇ ਦੇ ਪੁੱਤਰ ਨੂੰ ਠੀਕ ਕਰ ਦਿੱਤਾ, ਨਵਾਂ ਨਰੋਵਾ ਕਰ ਦਿੱਤਾ। ਪਰ ਪਹਿਲਾਂ ਮਹਾਰਾਜ ਨੇ ਕਿਹਾ ਇਹਨਾਂ 1100 ਨੂੰ ਛੱਡ ਤੇ ਕਿਰਤੀ ਦੇ ਘਰ ਦਾ ਟੁੱਕੜ ਆਪਣੇ ਪੁੱਤਰ ਦੇ ਮੂੰਹ ਨੂੰ ਲਾ, ਫਿਰ ਤੇਰਾ ਪੁੱਤਰ ਜਿਹੜਾ ਹੈ ਉਹ ਠੀਕ ਰਹੇਗਾ, ਫਿਰ ਉਹ ਜਿਉਂਦਾ ਹੋਵੇਗਾ। ਮਹਾਰਾਜ ਦਾ ਇਦਾਂ ਹੀ ਬਚਨ ਮੰਨਿਆ। ਮਹਾਰਾਜ ਨੇ ਟੁੱਕੜ ਮੂੰਹ ਨੂੰ ਲਵਾਇਆ, ਸਤਿਨਾਮ ਵਾਹਿਗੁਰੂ ਕਹਿ ਕੇ ਜਲ ਪਾਇਆ, ਤਾਂ ਸੰਤਾਂ ਨੂੰ ਛੱਡਦਿਆਂ ਮਹਾਰਾਜ ਦਾ ਬਚਨ ਮੰਨਦਿਆਂ ਸਾਰੀ ਉਹ ਪੁੱਤਰ ਉਹਦਾ ਨਵਾਂ ਨਰੋਆ ਹੋ ਗਿਆ, ਠੀਕ ਹੋ ਗਿਆ, ਜਿਉਂਦਾ ਹੋ ਗਿਆ। ਮਹਾਰਾਜ ਨੇ ਉੱਥੋਂ ਵੀ ਕੈਦਖਾਨੇ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਕੱਢਿਆ। ਰੱਬ ਦੇ ਪਿਆਰੇ ਜਿਹੜੇ ਸਨ ਹਜੇ ਕਮਾਈ ਕਰ ਰਹੇ ਸੀ, ਸੰਤ ਬਣੇ ਨਹੀਂ ਸੀ, ਸੰਤਾਂ ਦੇ ਰਾਹ ਤੇ ਚੱਲ ਰਹੇ ਸੀ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਸੰਗ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਨਾ ਹੀ ਹੈ। ਜਿਵੇਂ ਮਰਨ ਤੀਕਰ ਜਿਨ੍ਹਾਂ ਨੂੰ ਕੈਦ ਹੋਈ ਸੀ, ਜਦੋਂ ਸਤਿਗੁਰੂ ਦੀ ਸ਼ਰਨ ਪੈ ਗਏ, 52 ਰਾਜਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਰਿਹਾ ਕਰਾ ਲਿਆ। ਰੁਸਤਮ ਰਾਓ, ਬਾਲਾ ਰਾਓ ਨੂੰ ਮਹਾਰਾਜ ਸਾਹਿਬ ਜੀ ਨੇ ਮਹਾਰਾਸ਼ਟਰ ਦੇ 10ਵੇਂ ਪਾਤਸ਼ਾਹ ਨੇ ਰਿਹਾ ਕਰਾਇਆ। ਫਿਰ ਜਦੋਂ ਬਹਾਦਰ ਸ਼ਾਹ ਦੇ ਸੱਦੇ ਦੇ ਦਿੱਲੀ ਗਏ ਤੇ ਜਿਹੜੇ ਔਰੰਗਜ਼ੇਬ ਨੇ ਫੜ ਕੇ ਅੰਦਰ ਸੁੱਟੇ ਸੀ ਬਹਾਦਰ ਸ਼ਾਹ ਨੂੰ, ਕਹਿ ਕੇ 10ਵੇਂ ਪਾਤਸ਼ਾਹ ਨੇ ਉਹ ਵੀ ਰਿਹਾ ਕਰਾਏ। ਬੰਦੀ ਮੋਚ ਹੈ ਪਰਮੇਸ਼ਰ, ਪਰਮੇਸ਼ਰ ਦਾ ਰੂਪ ਸਤਿਗੁਰੂ। ਇਹ ਸਾਖੀਆਂ ਦੇ ਕਹਿਣ ਦਾ ਭਾਵ ਇਹ ਹੈ ਵੀ ਸਤਿਗੁਰੂ ਸਾਹਿਬ ਦੋਵਾਂ ਲੋਕਾਂ ਦੇ ਬੰਧਨ ਕੱਟਦੇ ਨੇ। ਮਹਾਰਾਜ ਸਾਹਿਬ ਜੀ ਦੋਵਾਂ ਲੋਕਾਂ ਦੇ ਬੰਧਨਾਂ ਤੋਂ ਖਲਾਸੀ ਕਰਾਉਂਦੇ ਨੇ। ਜਿਹੜਾ ਦ੍ਰਿੜਤਾ ਨਾਲ ਸਤਿਗੁਰੂ ਮਹਾਰਾਜ ਜੀ ਦਾ ਬਣ ਜੇ, ਜਿਹਦੇ ਸਤਿਗੁਰੂ ਸਾਹਿਬ ਜੀ ਦੀ ਦਇਆ ਹੋ ਜੇ, ਜਿੱਤੇ ਮਹਾਰਾਜ ਤਰਸ ਕਰ ਲੈਣ। ਤੇ 5ਵੇਂ ਪਾਤਸ਼ਾਹ ਕਹਿੰਦੇ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਇਹ ਮੇਰੇ ਮਾਲਕ, ਇਹ ਬੰਧਨਾਂ ਨੂੰ ਮੋਚ ਕੱਟਣ ਵਾਲੇ, ਬੰਧਨਾਂ ਤੋਂ ਛਡਾਉਣ ਵਾਲੇ, ਮੈਨੂੰ ਆਪਣੀ ਸ਼ਰਨ ਵਿੱਚ ਪਾ ਕੇ ਮੋਹ ਮਾਇਆ ਮਮਤਾ ਜੰਮਣ ਮਰਨ ਦੇ ਬੰਦੀ ਖਾਨੇ ਤੋਂ ਬਚਾ ਕੇ ਰੱਖ ਲੈ। ਕੱਤਿਕ ਹੋਵੇ ਸਾਧ ਸੰਗ। ਗੁਰੂ ਸਾਹਿਬ ਕਹਿੰਦੇ ਕੱਤਕ ਦਾ ਮਹੀਨਾ, ਤੇ ਕੱਤਕ ਦੇ ਮਹੀਨੇ ਜੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ, ਕੱਤਕ ਦੇ ਮਹੀਨੇ ਸੰਗਤ ਮਿਲੇ। ਇੱਥੇ ਆ ਗਈ ਸਾਰੀ ਗੱਲ। ਜਿਹੜੇ ਕਹਿੰਦੇ ਸਾਡਾ ਸੰਗਰਾਂਦ ਨਾਲ ਕੀ ਸੰਬੰਧ, ਗੁਰਸਿੱਖਾਂ ਦਾ ਸਵਾਲ ਬਣ ਜਾਂਦਾ ਏ। ਮਹਾਰਾਜ ਕਹਿੰਦੇ ਸੰਬੰਧ ਇਹ ਹੈ ਵੀ ਕੱਤਕ ਹੋਵੇ ਸਾਧ ਸੰਗ। ਕਹਿੰਦੇ ਜੇ ਕੱਤਕ ਮਹੀਨਾ ਹੋਵੇ ਤੇ ਕੱਤੇ ਦੇ ਮਹੀਨੇ 'ਚ ਸਤ ਸੰਗਤ ਦੀ ਪ੍ਰਾਪਤੀ ਹੋਵੇ ਤੇ ਸੰਗਤ ਕਰਦੇ ਆ ਜਪੀਏ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਕਤਕ ਹੋਵੈ ਸਾਧ ਸੰਗ, ਜੇ ਕੱਤੇ ਦੇ ਮਹੀਨੇ 'ਚ ਸਾਧ ਸੰਗਤ ਪ੍ਰਾਪਤ ਹੋ ਜਾਵੇ ਜਿਨ ਸਹਿ ਸਭੇ ਸੋਚ। ਤਾਂ ਮਹਾਰਾਜ ਕਹਿੰਦੇ ਸਭ ਸੋਚਾਂ ਸਭ ਚਿੰਤਾਵਾਂ ਨਾਸ ਹੋ ਜਾਣਗੀਆਂ। ਕਹਿੰਦੇ ਨਾ ਚਿੰਤਾ ਬੜੀ ਹੈ, ਚਿੰਤਾ ਵੱਡ ਵੱਡ ਖਾਈ ਜਾਂਦੀ। ਨਿਆਣਿਆਂ ਦੀ ਚਿੰਤਾ ਏ, ਚਿੰਤਾ ਏ ਵੀ ਘਰ ਦੇ ਵਿੱਚ ਕੀ ਬਣੂਗਾ, ਚਿੰਤਾ ਏ ਫਲਾਨਾ ਕੰਮ ਕਿਵੇਂ ਹੋਊਗਾ, ਚਿੰਤਾ ਏ ਵੀ ਫਲਾਨੇ ਬੰਨੇ ਕਿਵੇਂ ਜਾਵਾਂਗੇ। ਬੰਦਾ ਕਹਿੰਦਾ ਵੀ ਮੈਨੂੰ ਤਾਂ ਚਿੰਤਾ ਹੀ ਖਾਈ ਜਾ ਰਹੀ ਏ, ਕੀ ਕਰੀਏ। ਬੜੇ ਯਤਨ ਵੀ ਕਰਦੇ ਆ, ਕਦੀ ਕਿਸੇ ਨੂੰ ਪੁੱਛਿਆ ਉਹ ਕਹਿੰਦਾ ਵੀ ਚਿੰਤਾ ਨਹੀਂ ਕਰੀਦੀ ਹੁੰਦੀ, ਦੂਸਰੇ ਨੂੰ ਪੁੱਛਿਆ ਉਹ ਵੀ ਕਹਿੰਦਾ ਚਿੰਤਾ ਨਹੀਂ ਕਰੀਦੀ ਹੁੰਦੀ। ਪਰ ਚਿੰਤਾ ਨਾਸ਼ ਕਿਵੇਂ ਹੋਵੇ ਇਹਦਾ ਹੱਲ ਕਿਸੇ ਕੋਲ ਨਹੀਂ। ਲੋਕ ਹੋਰ ਹੋਰ ਚਿੰਤਾ 'ਚ ਪਾਉਣ ਵਾਲੀਆਂ ਸਲਾਹਾਂ ਜ਼ਰੂਰ ਦੇ ਸਕਦੇ ਆ। ਕੋਈ ਨਾ ਕੋਈ ਬੰਦਾ ਇਹੋ ਜਿਹੀ ਗੱਲ ਕਹਿ ਦੂ ਜਿਹਦੇ ਨਾਲ ਬੰਦੇ ਦੀ ਚਿੰਤਾ ਹੋਰ ਵੱਧ ਜੇ। ਚਿੰਤਾ ਫਿਕਰ, ਫਿਰ ਅੱਗੇ ਤੋਂ ਅੱਗੇ ਵਹਿਮ, ਫਿਰ ਮਾਨਸਿਕ ਰੋਗ, ਫਿਰ ਰਾਤ ਨੂੰ ਸੁੱਤਿਆਂ ਕੁਝ ਦਿਖਣਾ, ਕੋਈ ਛਾਤੀ ਤੇ ਬੋਝ ਪੈਣ ਲੱਗ ਪੈਣਾ, ਫਿਰ ਕੋਈ ਨਾ ਕੋਈ ਖਿਆਲ ਆਉਣਾ, ਸੁਪਨੇ ਮਾੜੇ ਆਉਣ ਲੱਗ ਪੈਣੇ, ਫਿਰ ਮਨ ਦੇ 'ਚ ਹੋਣਾ ਵੀ ਹੁਣ ਮੇਰੀ ਆ ਸੱਜੀ ਅੱਖ ਫਰਕ ਗਈ, ਖੱਬੀ ਅੱਖ ਫਰਕ ਗਈ, ਪਤਾ ਨਹੀਂ ਕੀ ਹੋਵੇਗਾ, ਹੱਥ 'ਚ ਖੁਰਕ ਹੋ ਗਈ, ਛਿੱਕਾਂ ਆਉਂਦੀਆਂ ਨੇ, ਪਤਾ ਨਹੀਂ ਕੀ ਕਾਰਨ ਹੈ, ਤੁਰਦੇ ਤੋਂ ਛਿੱਕ ਆ ਗਈ, ਫਲਾਣੇ ਥਾਂ ਗਏ ਆ ਨਿਆਣੇ, ਦਿਲ ਨੂੰ ਹੋਰ ਤਰ੍ਹਾਂ ਆਉਂਦਾ, ਪਤਾ ਨਹੀਂ ਕੀ ਕਾਰਨ। ਉਹ ਅੱਗੇ ਤੋਂ ਅੱਗੇ ਕਿੰਨਾ ਕੁਝ ਵੱਧ ਜਾਂਦਾ ਏ। ਮਹਾਰਾਜ ਫਿਰ ਨਾਸ਼ ਕਿਵੇਂ ਹੋਵੇ? ਕਹਿੰਦੇ ਸਾਧ ਸੰਗਤ 'ਚ ਬਹਿ ਜਾ ਕਰੋ ਆ ਕੇ। ਸਤ ਸੰਗਤ ਵਿੱਚ ਨਾਮ ਬਾਣੀ ਦਾ ਅਭਿਆਸ ਕਰਦੇ ਆ, ਕਹਿੰਦੇ ਆ, ਸੁਣਦੇ ਆ, ਸਭ ਚਿੰਤਾਵਾਂ ਨਾਸ਼ ਹੋ ਜਾਂਦੀਆਂ ਨੇ। ਚਿੰਤਾ ਚਿੰਤਨ ਦੇ ਨਾਲ ਹੀ ਦੂਰ ਹੋਵੇਗੀ ਨਾ। ਮਹਾਰਾਜ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ। ਕਹਿੰਦੇ ਚਿੰਤਾ ਨਾ ਕਰੋ ਭਾਈ, ਚਿੰਤਨ ਕਰੋ, ਪਰਮੇਸ਼ਰ ਦਾ ਨਾਮ ਜਪੋ। ਇਹ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿੱਡਾ ਸਾਡੇ ਭਲੇ ਦਾ ਵਚਨ ਕਿਹਾ। ਵਚਨ ਤਾਂ ਸਾਰੇ ਹੀ ਭਲੇ ਦੇ, ਪਰ ਜਿਹੜਾ ਸੌਖਾ ਸਮਝ ਆਉਣ ਵਾਲਾ। ਮਹਾਰਾਜ ਜੀ ਕਹਿੰਦੇ ਭਾਈ ਕਤਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਕਤਕ ਦੇ ਵਿੱਚ ਕਹਿੰਦੇ ਸਾਧ ਸੰਗਤ ਕਰ ਲਓ। ਕਤਕ ਪ੍ਰਤੱਖ ਮਹੀਨਾ, ਇਹ ਵੀ ਕਤਕ ਹੈ। ਆ ਸਾਡਾ ਜਿਹੜਾ ਸਰੀਰ ਹੈ ਨਾ, ਮਨੁੱਖਾ ਜਨਮ, ਇਹ ਵੀ ਮਹਾਰਾਜ ਕਹਿੰਦੇ ਕਤਕ ਹੀ ਹੈ। ਇਹ ਜੇ ਮਨੁੱਖਾ ਜਨਮ ਦੇ ਵਿੱਚ ਸਾਧ ਸੰਗਤ ਹੋ ਜੇ, ਜੇ ਕੱਤੇ ਦੇ ਮਹੀਨੇ ਸਾਧ ਸੰਗਤ ਹੋ ਜੇ, ਸਭ ਚਿੰਤਾਵਾਂ ਮਿਟ ਜਾਂਦੀਆਂ। ਚਿੰਤਾ ਫਿਕਰ ਨਹੀਂ ਕੋਈ ਰਹਿੰਦੀ, ਸਭ ਮਿਟ ਜਾਂਦੀਆਂ ਨੇ। ਇੱਕ ਮਹਾਤਮਾ ਬੈਠਾ ਸੀ, ਉਹਦਾ ਪੁੱਤਰ ਕਹਿੰਦਾ ਚੱਲ ਮੇਰੇ ਨਾਲ, ਮੈਂ ਚੱਲਿਆ ਦੁਨੀਆ ਜਿੱਤਣ, ਮੇਰੇ ਨਾਲ ਚੱਲੋ। ਕਹਿੰਦੇ ਕੀ ਕਰੇਗਾ ਦੁਨੀਆ ਜਿੱਤ ਕੇ?
ਕਹਿੰਦੇ ਦੁਨੀਆ ਜਿੱਤਾਂਗਾ, ਕਹਿੰਦੇ ਫਲਾਣੇ ਥਾਂ ਜੰਗ ਜਿੱਤਾਂਗਾ, ਉੱਥੇ ਜਿੱਤਾਂਗਾ, ਫਿਰ ਉਹ ਦੇਸ਼ ਜਿੱਤਾਂਗਾ, ਫਿਰ ਫਲਾਣਾ ਜਿੱਤਾਂਗਾ। ਕਹਿੰਦੇ ਫੇਰ, ਕਹਿੰਦਾ ਫੇਰ ਮੈਂ ਬਾਅਦ ਦੇ ਸੁੱਖ ਦੇ ਨਾਲ ਬੈਠਾਂਗਾ। ਮਹਾਂਪੁਰਖ ਕਹਿੰਦੇ ਜੇ ਸੁੱਖ ਦੇ ਨਾਲ ਬਹਿਣਾ, ਕਹਿੰਦੇ ਆ ਇੱਧਰ ਵੇਖ, ਨਦੀ ਦੇ ਕੰਢੇ ਰੇਤਾ ਦੇ ਢੇਰ ਤੇ ਬੈਠੇ ਹੋਏ ਆ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਦੇ ਨਾਮ ਜਪ ਕੇ ਸੁੱਖ ਹੀ ਸੁੱਖ, ਆਨੰਦ ਹੀ ਆਨੰਦ। ਪਤਾ ਨਹੀਂ ਤੂੰ ਜਿੱਤਿਆ ਜਾਵੇਂ, ਜੇ ਜਿੱਤਣ ਜਾਵੇਂ ਕਿੰਨੇ ਮਾਰੇਗਾ, ਮਾਰਦਿਆਂ ਅਖੀਰ ਜਦੋਂ ਤੂੰ ਕੁਰਸੀ ਦੇ ਬਵੇਂ ਇੰਨੇ ਲੋਕਾਂ ਨੂੰ ਮਾਰ ਕੇ, ਤੇ ਫੇਰ ਵੀ ਪਤਾ ਨਹੀਂ ਤੈਨੂੰ ਸੁੱਖ ਪ੍ਰਾਪਤ ਹੋਵੇ ਕਿ ਨਾ ਹੋਵੇ। ਕਹਿੰਦੇ ਹੁਣੇ ਹੀ ਮੇਰੇ ਲਾਗੇ ਬਹਿ ਕੇ ਪਰਮੇਸ਼ਰ ਦਾ ਨਾਮ ਜਪ ਲਾ, ਕਹਿੰਦੇ ਤੈਨੂੰ ਉਹ ਸੁੱਖ ਇੱਥੇ ਹੁਣੇ ਪ੍ਰਾਪਤ ਹੋਵੇਗਾ। ਜਿਹੜਾ ਸੁੱਖ ਬਾਅਦ ਵਿੱਚ ਪ੍ਰਾਪਤ ਹੋਣ ਦੀ ਵੀ ਕੋਈ ਪੱਕੀ ਗਰੰਟੀ ਨਹੀਂ ਹੈ। ਕਹਿੰਦੇ ਮੈਂ ਉੱਦਾਂ ਹੀ ਸੁਖੀ ਹਾਂ, ਨਾਮ ਜਪ ਕੇ ਹੀ ਸੁਖੀ ਹਾਂ, ਨਾਮ ਦੇ ਵਿੱਚ ਹੀ ਆਨੰਦ ਹੈ, ਨਾਮ ਦੇ ਵਿੱਚ ਹੀ ਖੇੜਾ ਹੈ। ਇਹ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਸਾਧ ਸੰਗਤ ਕਰੋ ਭਾਈ, ਸਾਧ ਸੰਗਤ ਕਰੋ। ਕਿਉਂ? ਸਾਧ ਸੰਗਤ ਕਰਦੇ ਆ, ਨਾਮ ਬਾਣੀ ਦਾ ਅਭਿਆਸ ਕਰਦੇ ਆ, ਸਭ ਚਿੰਤਾਵਾਂ, ਸਭ ਫਿਕਰ, ਸਾਰਾ ਕੁਝ ਮਿਟ ਜਾਏਗਾ, ਸਭ ਕੁਝ ਨਾਸ ਹੋ ਜਾਵੇਗਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਕੱਤਕ ਮਹੀਨੇ ਦੀ ਸੰਗਰਾਂਦ ਵਾਲੇ ਦਿਨ, ਭਾਵ ਵਿਦੇਸੀ ਮਹੀਨੇ ਦੇ ਪਹਿਲੇ ਦਿਨ, ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਪੁੰਨਿਆਂ ਦੀ ਰਾਤ ਚੰਦਰਮਾ ਪੂਰਾ ਚੜ੍ਹਦਾ ਏ, ਇਸੇ ਪ੍ਰਕਾਰ ਜੇ ਮਹਾਰਾਜ ਦਾ ਅਸੀਂ ਬਚਨ ਮੰਨਾਂਗੇ ਤੇ ਕਰੋੜਾਂ ਬ੍ਰਹਮੰਡਾਂ ਤੇ ਚੰਦਰਮਾਵਾਂ ਨੂੰ ਪ੍ਰਕਾਸ਼ਣ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਚੰਦਰਮਾ ਸਾਡੇ ਹਿਰਦੇ 'ਚ ਪ੍ਰਕਾਸ਼ ਆਵੇਗਾ ਜੇ ਅਸੀਂ ਭਾਵਨਾ ਨਾਲ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਿਰਪਾ ਕਰ ਦੇਣ, ਜਨਮਾਂ ਜਨਮਾਂਤਰਾਂ ਦੇ ਅਗਿਆਨਤਾ ਦੇ ਹਨੇਰੇ ਮਿਟ ਜਾਣ ਤੇ ਮਹਾਰਾਜ ਦੇ ਗਿਆਨ ਦਾ ਚੰਦਰਮਾ ਸਾਡੇ ਅੰਦਰ ਚੜੇ, ਸਾਡੀ ਪੁੰਨਿਆ ਬਣ ਜੇ ਤੇ ਸਾਡੇ ਜੀਵਨ ਵਿੱਚ ਪਿਛਲੇ ਜਿਹੜੇ ਐਬ ਸੀ ਉਹ ਦੂਰ ਹੋ ਜਾਣ ਤੇ ਆਉਣ ਵਾਲੇ ਜੀਵਨ ਦੇ ਵਿੱਚ ਸਾਨੂੰ ਨੇਕ ਸਤਬੁੱਧੀ ਸਮਤ ਮਹਾਰਾਜ ਜੀ ਬਖਸ਼ ਦੇਣ। ਇਹ ਸੰਕ੍ਰਾਂਤੀ, ਇਹ ਤਬਦੀਲੀ ਰੂਪੀ ਸਾਡੀ ਸੰਗਰਾਂਦ ਬਣ ਜਾਵੇ। ਮਹਾਰਾਜ ਦੇ ਅੱਗੇ ਬੇਨਤੀ ਕਰੀਏ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਹੁਣ ਮਹਾਰਾਜ ਮਹੀਨਾ ਚੜਿਆ ਇਹਦੇ ਹੁਣ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ, ਨਾਮ ਜਪਾ ਕੇ, ਸਿੱਖੀ ਨਾਲ ਜੋੜ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਜਿਨ੍ਹਾਂ ਛਕਿਆ ਉਹਨਾਂ ਨੂੰ ਮਰਿਆਦਾ ਬਖਸ਼ ਕੇ, ਆਪਣੇ ਚਰਨਾਂ ਦੇ ਨਾਲ ਲਾ ਕੇ ਮਹਾਰਾਜ ਨਿਹਾਲ ਕਰੋ ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਗੁਰੂ ਸਾਹਿਬ ਦੇ ਸੰਗਤ ਬਖਸ਼ਿੰਦੇ ਬਖਸ਼ਣਹਾਰ ਹੈ, ਬਖਸ਼ ਲੈਣਾ। ਗੁੱਡ ਭਾਗੀ ਮੇਰਾ ਰੱਬ ਮਿਲੈ, ਤਾਂ ਉਤਰੈ ਸਭ ਬਿਯੋਗ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ, ਕਤਿਤ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।